Vai, viri, vai, viri, vai, viri, vai, viri, vai, viri, vai, viri, vai. Viri, vai, viri, vai, viri, vai, viri, vai, viri, vai, viri, vai, viri, vai. Viri, vai, viri, vai, viri, vai, viri, vai, viri, vai, viri, vai, viri, vai. Viri, vai, viri, vai, viri, vai, viri, vai, viri, vai, viri, vai, viri, vai. Viri, vai, viri, vai, viri, vai, viri, vai, viri, vai, viri. Vai, viri, vai, viri, vai, viri, vai, viri, vai, viri. Right. ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਅੱਜ ਦਾ ਦਿਹਾੜਾ ਹੈ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਜੋ ਆਪਾਂ ਨੂੰ ਸਤਿਗੁਰਾਂ ਨੇ ਗੁਰਬਾਣੀ ਗੁਰੂ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਾਨੂੰ ਸਮਝਾਉਂਦੇ ਵੀ ਜਿਨ੍ਹਾਂ ਨੇ ਪਰਮਾਤਮਾ ਨਿਰੰਕਾਰ ਨੂੰ ਜਪਿਆ, ਜਿਹੜੇ ਸ਼ਬਦ ਗੁਰੂ ਨਾਮ ਦੇ ਨਾਲ ਜੁੜੇ, ਮਹਾਰਾਜ ਕਹਿੰਦੇ ਫਿਰ ਉਹ ਦੁਬਾਰਾ ਜਨਮ ਮਰਨ ਦੇ ਚੱਕਰ ਦੇ ਵਿੱਚ ਨਹੀਂ ਆਉਂਦੇ। ਸਤਿਗੁਰੂ ਫਰਮਾਉਂਦੇ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੂਨ ਗਰਭ ਨਾ ਆਇਓ। ਬਈ ਉਹਨਾਂ ਨੂੰ ਕੋਈ ਸੰਕਟ ਨਹੀਂ, ਉਹ ਫਿਰ ਦੁਬਾਰਾ ਨਹੀਂ ਗਰਭ, ਫਿਰ ਨਹੀਂ ਜੂਨਾਂ ਦੇ ਵਿੱਚ ਆਉਂਦੇ। ਜਿਨ੍ਹਾਂ ਨੇ ਜਪਿਆ, ਜਪਿਆ ਕਿਹਨੂੰ? ਨਿਰੰਕਾਰ ਪਰਮੇਸ਼ਰ ਨੂੰ, ਵਾਹਿਗੁਰੂ। ਜਿਨ੍ਹਾਂ ਨੇ ਆਰਾਧਨਾ ਕੀਤੀ ਗੁਰੂ ਦੀ, ਸ਼ਬਦ ਦੀ, ਨਾਮ ਦੀ,
ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦੇ। ਸਮੇਂ ਸਮੇਂ ਮੁਤਾਬਕ ਮਾਲਕ ਅਕਾਲ ਪੁਰਖ ਪਰਮੇਸ਼ਰ ਸਾਨੂੰ ਜੀਵਾਂ ਨੂੰ ਸਮਝਾਉਣ ਵਾਸਤੇ ਭੁੱਲੇ ਹੋਏ ਹਨ। ਸਮੇਂ ਸਮੇਂ ਮੁਤਾਬਕ ਅਵਤਾਰਾਂ ਨੂੰ ਭੇਜਦੇ ਰਹਿੰਦੇ, ਭਗਤਾਂ ਨੂੰ ਭੇਜਦੇ ਰਹਿੰਦੇ ਵੀ ਆਪਦਾ ਸੰਦੇਸ਼ਾ ਦੇਣ ਵਾਸਤੇ ਵੀ ਜਾ ਕੇ ਉਹਨਾਂ ਨੂੰ ਦੱਸੋ। ਕਾਲ ਯੁੱਗ ਦੇ ਸਮੇਂ ਦੇ ਵਿੱਚ ਪਹਿਲੀ ਵਾਰ ਸਤਿਗੁਰ ਦਾ ਖਿਤਾਬ ਦੇ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਇਸ ਲੋਕ 'ਚ ਭੇਜਿਆ ਗਿਆ। ਹੁਣ ਜਦੋਂ ਸੰਸਾਰ ਦੇ ਵਿੱਚ ਅਵਤਾਰਾਂ ਨੂੰ ਭਗਤਾਂ ਨੂੰ ਭੇਜਦੇ, ਉਹ ਜਦੋਂ ਸਮਝਾਉਂਦੇ ਵਿਰਲੇ ਵਿਰਲੇ ਜੀਵ ਸਮਝਦੇ, ਬਹੁਤੇ ਜੀਵ ਉਹਨਾਂ ਦੇ ਖਿਲਾਫ ਹੋ ਜਾਂਦੇ, ਉਹਨਾਂ ਦੇ ਉਲਟ ਹੋ ਜਾਂਦੇ, ਉਹਨਾਂ ਨੂੰ ਹੀ ਸਜ਼ਾਵਾਂ ਦੇਣੀਆਂ ਸ਼ੁਰੂ ਕਰ ਦਿੰਦੇ। ਫਿਰ ਅਕਾਲ ਪੁਰਖ ਨੇ ਦੇਖਿਆ ਵੀ ਇਹ ਇਸ ਤਰ੍ਹਾਂ ਸਮਝਦੇ ਨਹੀਂ, ਅਸੀਂ ਜੀਵ ਵੀ ਐਡੀ ਛੇਤੀ ਨਹੀਂ ਸਮਝਦੇ ਅਸੀਂ। ਫਿਰ ਜਦੋਂ ਸਤਿਗੁਰਾਂ ਨੂੰ ਭੇਜਿਆ, ਸੱਚ ਤੇ ਨਾਮ ਦਾ ਉਹਨਾਂ ਨੇ ਆ ਕੇ ਸਾਨੂੰ ਭੇਤ ਦਿੱਤਾ, ਉਪਦੇਸ਼ ਦਿੱਤਾ। ਫਿਰ ਜੋ ਉਹਨਾਂ ਦੀ ਬਾਣੀ ਸੀ, ਜੋ ਭਗਤਾਂ ਨੇ ਮਿਲਾਪ ਕੀਤਾ, ਭਗਤਾਂ ਦੀ ਬਾਣੀ ਸੀ, ਉਹ ਸਾਰੀ ਇਕੱਤਰ ਕਰਕੇ ਗੁਰੂ ਅਰਜਨ ਪਾਤਸ਼ਾਹ ਬਈ ਤਾਂ ਕਿ ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹਾਂਗੇ ਵਾਰ-ਵਾਰ, ਬਈ ਇਹਨਾਂ ਨੂੰ ਸਮਝ ਲੱਗ ਜਾਏਗੀ ਵੀ ਇਹਨਾਂ ਨੂੰ ਕੀ ਸਮਝਾਉਣਾ ਚਾਹੁੰਦੇ, ਕੀ ਉਪਦੇਸ਼ ਦੇਣਾ ਚਾਹੁੰਦੇ। ਫਿਰ ਉਹਨਾਂ ਨੇ ਗੁਰੂਆਂ ਦੀ, ਭਗਤਾਂ ਦੀ ਬਾਣੀ ਇਕੱਤਰ ਕਰਕੇ ਸਾਰੀ ਤੇ ਨਾਂ ਦਿੱਤਾ ਪੋਥੀ ਪਰਮੇਸ਼ਰ ਕਾ ਥਾਨ। ਬਈ ਜੋ ਵੀ ਜੀਵ ਪਰਮੇਸ਼ਰ ਨੂੰ ਮਿਲਣਾ ਚਾਹੁੰਦੇ, ਅਕਾਲ ਪੁਰਖ ਨੂੰ ਮਿਲਣਾ ਚਾਹੁੰਦੇ, ਬਈ ਇਹ ਸਾਰਾ ਭੇਜ ਦਿੱਤਾ ਗਿਆ, ਸਾਰਾ ਸਮਝਾਇਆ ਗਿਆ। ਬਈ ਇਹ ਸਾਰਾ ਬ੍ਰਹਮ ਦਾ ਗਿਆਨ ਹੈ, ਪੋਥੀ ਪਰਮੇਸ਼ਰ ਕਾ ਥਾਨ, ਪੂਰਨ ਬ੍ਰਹਮ ਗਿਆਨ। ਬਈ ਇਹ ਸਾਰਾ ਬ੍ਰਹਮ ਦਾ ਗਿਆਨ ਦੇ ਕੇ ਸਾਨੂੰ ਨਾਲ ਨਾਲ ਫਿਰ ਲਿਖਤੀ ਰੂਪ ਵਿੱਚ ਦੱਸਿਆ ਵੀ ਤਾਂ ਕਿ ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹੀਏ, ਪੜ੍ਹ ਕੇ ਅਸੀਂ ਵਿਚਾਰੀਏ ਵੀ ਸਾਨੂੰ ਕੀ ਕਹਿਣਾ ਚਾਹੁੰਦੇ, ਕੀ ਸਾਨੂੰ ਸਮਝਾਉਣਾ ਚਾਹੁੰਦੇ। ਉਹ ਫਿਰ ਮਹਾਰਾਜ ਨੇ ਆਪਾਂ ਨੂੰ ਸਮਝਾਇਆ ਵੀ ਜੋ ਸਾਨੂੰ ਪਰਮੇਸ਼ਰ ਵਾਹਿਗੁਰੂ ਨੂੰ ਮਿਲਾਪ ਦਾ ਰਸਤਾ ਸਾਨੂੰ ਆ ਕੇ ਇੱਥੇ ਅਵਤਾਰਾਂ ਨੇ, ਭਗਤਾਂ ਨੇ ਦੱਸਿਆ, ਗੁਰੂ ਸਾਹਿਬ ਨੇ ਦੱਸਿਆ, ਉਹ ਸਾਰਾ ਫਿਰ ਸਾਨੂੰ ਲਿਖਤੀ ਰੂਪ ਵਿੱਚ ਹੁਣ ਦੱਸ ਸਤਿਗੁਰਾਂ ਦੀ ਬਾਣੀ 1430 ਅੰਗ ਵਿੱਚ ਸਾਨੂੰ ਫਿਰ ਇਹੀਓ ਦੱਸਿਆ ਜਾ ਰਿਹਾ, ਇਹੀਓ ਸਮਝਾਇਆ ਜਾ ਰਿਹਾ ਵੀ ਕਿਵੇਂ ਅਸੀਂ ਪਰਮਾਤਮਾ ਨਿਰੰਕਾਰ ਵਾਹਿਗੁਰੂ ਤੋਂ ਵਿਛੜੇ, ਕਿਵੇਂ ਅਸੀਂ ਵਾਪਸ ਫਿਰ ਮਿਲਾਪ ਕਰਨਾ, ਕਿਵੇਂ ਇਹ ਸਾਰਾ ਪਸਾਰਾ ਹੋਇਆ, ਕਿਵੇਂ ਸ੍ਰਿਸ਼ਟੀ ਦੀ ਰਚਨਾ ਹੋਈ, ਕਿਵੇਂ ਇੱਕ ਤੋਂ ਅਨੇਕ ਰੂਪ ਵਿੱਚ ਅਕਾਲ ਪੁਰਖ ਪ੍ਰਗਟ ਹੋਏ ਅਤੇ ਕਿਵੇਂ ਅਸੀਂ ਵਾਪਸ ਫਿਰ ਇੱਕ ਦੇ ਵਿੱਚ ਸਮਾਉਣਾ। ਜਿਵੇਂ ਹੁਣ ਅਸੀਂ ਆਕਾਰ ਦੇ ਵਿੱਚ ਆ ਗਏ, ਹੁਣ ਅਸੀਂ ਇਹ ਆਕਾਰ ਨੂੰ ਛੱਡ ਕੇ ਵਾਪਸ ਫਿਰ ਇੱਕ ਦੇ ਵਿੱਚ ਸਮਾਉਣਾ ਮਾਲਕ 'ਚ। ਜੋ ਆਪਾਂ ਪੜ੍ਹਦੇ ਸ਼ੁਰੂਆਤ ਦੇ ਵਿੱਚ ਇੱਕ ਓਅੰਕਾਰ, ਜੋ ਇੱਕ ਹੈ ਉਹ ਪਰਮਾਤਮਾ ਹੈ, ਜਿਹਦਾ ਕੋਈ ਰੂਪ ਰੰਗ, ਜਿਹਦਾ ਕੋਈ ਰੇਖ ਭੇਖ ਨਹੀਂ, ਜਿਹਦੀ ਕੋਈ ਜਾਤ ਪਾਤ ਨਹੀਂ। ਹੁਣ ਆਕਾਰ ਦੇ ਵਿੱਚ ਅੱਗੇ ਅਸੀਂ ਪ੍ਰਗਟ ਹੋ ਗਏ, ਓਅੰਕਾਰ। ਹੁਣ ਇਹ ਜਿਹੜਾ ਆਕਾਰ ਹੈ ਉੱਪਰੋਂ ਉਹ ਖੁੱਲ੍ਹਾ ਛੱਡਿਆ ਹੋਇਆ ਵੀ ਤਾਂ ਕਿ ਅਸੀਂ ਇਹ ਆਕਾਰ ਤੋਂ ਉੱਪਰ ਉੱਠ ਕੇ, ਇਹ ਮਾਇਆ ਤੋਂ, ਤ੍ਰੈ ਗੁਣਾਂ ਤੋਂ ਉੱਪਰ ਉੱਠ ਕੇ ਅਸੀਂ ਵਾਪਸ ਉਹ ਇੱਕ ਦੇ ਵਿੱਚ ਸਮਾਈਏ, ਮਾਲਕ ਦੇ ਵਿੱਚ ਲੀਨ ਹੋਈਏ। ਜੇ ਤਾਂ ਅਸੀਂ ਇਹ ਆਕਾਰ ਤੋਂ ਉੱਪਰ ਉੱਠ ਕੇ ਮਾਇਆ ਤੋਂ ਉੱਪਰ ਉੱਠ ਜਾਂਦੇ ਆ ਅਤੇ ਇੱਕ ਨੂੰ ਮਿਲ ਲੈਂਦੇ, ਅਸੀਂ ਖੇਲ ਨੂੰ ਜਿੱਤ ਜਾਂਦੇ। ਫਿਰ ਅਸੀਂ ਦੁਬਾਰਾ ਵਾਪਸ ਜੂਨਾਂ 'ਚ ਨਹੀਂ ਆਵਾਂਗੇ।
ਤਾਈਆਂ ਮਾਰੇ ਕਹਿੰਦੇ ਫਿਰ ਸੰਕਟ ਜੂਨ ਗਰਭ ਨਾਇਓ। ਬਈ ਜਿਨ੍ਹਾਂ ਨੇ ਇਹ ਖੇਲ ਨੂੰ ਸਮਝ ਲਿਆ, ਜਿਨ੍ਹਾਂ ਨੇ ਮਾਲਕ ਨਾਲ ਮਿਲਾਪ ਕਰ ਲਿਆ, ਜਿਨ੍ਹਾਂ ਨੇ ਉਹ ਸ਼ਬਦ ਗੁਰੂ ਨਾਮ ਦੇ ਨਾਲ ਲਿਵ ਜੋੜ ਲਈ, ਜਿਨ੍ਹਾਂ ਨੇ ਬੁੱਝ ਲਿਆ ਨਾਮ ਨੂੰ, ਫਿਰ ਉਹ ਦੁਬਾਰਾ ਵਾਪਸ ਕਾਰਾਂ ਦੇ ਵਿੱਚ ਨਹੀਂ ਆਉਂਦੇ। ਉਹਨਾਂ ਦਾ ਜਨਮ ਮਰਨ ਖੰਡਨ ਹੋ ਜਾਂਦਾ। ਹੌਲੀ ਫਿਰ ਆਪਣੇ 'ਤੇ ਬਹੁਤ ਵੱਡਾ ਪਰਉਪਕਾਰ ਕੀਤਾ ਗੁਰੂ ਸਾਹਿਬਾਨਾਂ ਨੇ, ਜੋ ਆਪਾਂ ਨੂੰ ਲਿਖਤੀ ਰੂਪ ਵਿੱਚ ਸਤਿਗੁਰੂ ਗੁਰਬਾਣੀ ਗੁਰੂ ਸਾਨੂੰ ਬਖਸ਼ਿਸ਼ ਕਰਕੇ ਗਏ ਵੀ ਤਾਂ ਕਿ ਜੋ ਵੀ ਅਸੀਂ ਪੁੱਛਣਾ ਚਾਹੁੰਦੇ, ਜੇ ਤਾਂ ਹੁਣ ਉਹ ਆਕਾਰ ਦੇ ਵਿੱਚ ਹੁੰਦੇ ਆਪਣੇ ਸਾਹਮਣੇ, ਆਪਾਂ ਉਹਨਾਂ ਤੋਂ ਸਿੱਧਾ ਪੁੱਛ ਲੈਂਦੇ ਵੀ ਸਾਨੂੰ ਦੱਸੋ, ਵੀ ਸਾਡੇ ਜੀਵਨ ਦਾ ਮਨ ਸਿੱਧਾ ਸਮਝਾ ਦਿੰਦੇ। ਹੁਣ ਉਹ ਆਪ ਤਾਂ ਨਿਰੰਕਾਰ ਸੱਚ ਵਾਹਿਗੁਰੂ ਦੇ ਵਿੱਚ ਲੀਨ ਹੋ ਗਏ ਸਦਾ ਵਾਸਤੇ। ਆਪਾਂ ਨੂੰ ਕਹਿ ਗਏ ਵੀ ਜੋ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਤੁਸੀਂ ਸਤਿਗੁਰਾਂ ਤੋਂ ਪੁੱਛ ਲਿਓ। ਹੁਣ ਜਿਹੜੇ ਵੀ ਜੀਵ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਨੇ, ਸ਼ਬਦਾਂ ਦੇ ਵਿੱਚ ਸਾਨੂੰ ਸਾਰਾ ਸਮਝਾਇਆ ਗਿਆ, ਸਾਰਾ ਭੇਦ ਦਿੱਤਾ ਗਿਆ। ਐਸੀ ਕੋਈ ਵੀ ਗੱਲ ਸਤਿਗੁਰਾਂ ਨੇ ਛੱਡੀ ਹੋਈ ਨਹੀਂ ਵੀ ਜਿਹੜੀ ਸਾਨੂੰ ਨਾ ਦੱਸੀ ਹੋਵੇ। ਸਾਡੇ ਜਨਮ ਤੋਂ ਲੈ ਕੇ ਮੌਤ ਤੱਕ ਜੋ ਵੀ ਅਸੀਂ ਸੋਚ ਸਕਦੇ ਹਾਂ, ਜੋ ਵੀ ਅਸੀਂ ਕਰਦੇ ਹਾਂ, ਐਸਾ ਕੋਈ ਸਵਾਲ ਹੀ ਨਹੀਂ ਵੀ ਜਿਹਦਾ ਸਾਨੂੰ ਉੱਤਰ ਨਾ ਦਿੱਤਾ ਹੋਵੇ, ਜਿਹਦਾ ਸਾਨੂੰ ਹੱਲ ਨਾ ਦੱਸਿਆ ਹੋਵੇ। ਅਸੀਂ ਜੋ ਵੀ ਪੁੱਛਾਂਗੇ ਉਹੀ ਸਾਨੂੰ ਦੱਸਣਗੇ। ਹੁਣ ਆਪਾਂ ਨੂੰ ਕਹਿੰਦੇ ਵੀ ਦੱਸਿਆ ਤਾਂ ਸਾਰਾ ਗਿਆ ਸ਼ਬਦਾਂ ਦੇ ਵਿੱਚ, ਪਰ ਇਸ ਨੂੰ ਬੁੱਝੇਗਾ ਵੀ ਵਿਰਲਾ ਵਿਰਲਾ ਹੀ। ਮਾਰੇ ਫਰਮਾਉਂਦੇ ਸ਼ਬਦਾਂ ਮਾਹੇ ਵਖਾਣੀਏ, ਵਿਰਲਾ ਤਾਂ ਬੁੱਝੇ ਕੋਈ। ਬਈ ਸ਼ਬਦਾਂ ਦੇ ਵਿੱਚ ਵਿਖਿਆਨ ਤਾਂ ਸਾਰਾ ਕੀਤਾ, ਭੇਤ ਸਾਨੂੰ ਸਾਰਾ ਦਿੱਤਾ, ਪਰ ਇਹਨੂੰ ਬੁੱਝੇਗਾ ਕੋਈ ਵਿਰਲਾ ਵਿਰਲਾ ਹੀ। ਆਮ ਜੀਵ ਬਹੁਤੇ ਸਿਰ ਬੰਨ੍ਹ ਤੱਕ ਸੀਮਤ ਰਹਿ ਜਾਂਦੇ। ਬਈ ਗੁਰਬਾਣੀ ਗੁਰੂ ਨੂੰ ਪੜ੍ਹਦੇ ਤਾਂ ਹੈਗੇ ਪਰ ਵਿਚਾਰਦੇ ਨਹੀਂ, ਖੋਜਦੇ ਨਹੀਂ। ਜਿਸ ਗੁਰੂ ਦੀ ਮਹਿਮਾ, ਜਿਸ ਸ਼ਬਦ ਦੀ ਮਹਿਮਾ, ਨਾਮ ਦੀ ਉਸਤਤ ਗੁਰਬਾਣੀ ਗੁਰੂ ਕਰ ਰਹੇ, ਉਹ ਨਾਮ ਨੂੰ ਨਹੀਂ ਮੰਨਦੇ, ਨਾਮ ਨੂੰ ਨਹੀਂ ਬੁੱਝਦੇ। ਮਹਾਰਾਜ ਇਸ ਲਈ ਫਰਮਾਉਂਦੇ ਪੜ੍ਹੇ ਮਨ ਮੁਖ ਪਰ ਵਿਦ ਨਹੀਂ ਜਾਨਾ, ਨਾਮ ਨਾ ਬੂਝੇ ਭਰਮ ਭੁਲਾਨਾ। ਬਈ ਪੜ੍ਹਦਾ ਤਾਂ ਮਨਮੁਖ ਵੀ ਹੈ, ਪਰ ਉਹਨੂੰ ਪੜ੍ਹਨ ਦੀ ਵਿਧੀ ਨਹੀਂ ਆਉਂਦੀ। ਪੜ੍ਹਦੇ ਵੀ ਉਹਦਾ ਮਨ ਨਹੀਂ ਟਿਕਦਾ ਵੀ ਮੈਂ ਕੀ ਪੜ੍ਹ ਰਿਹਾ। ਫਿਰ ਜਿਸ ਨਾਮ ਦੀ ਮਹਿਮਾ ਉਸਤਤ ਕਰਦੇ ਸ਼ਬਦ ਗੁਰੂ ਦੀ, ਉਹ ਸ਼ਬਦ ਗੁਰੂ ਨੂੰ ਨਹੀਂ ਮੰਨਦਾ, ਸ਼ਬਦ ਗੁਰੂ ਨੂੰ ਨਹੀਂ ਬੁੱਝਦਾ। ਜੇ ਹੁਣ ਅਸੀਂ ਸ਼ਬਦ ਗੁਰੂ ਨੂੰ ਨਹੀਂ ਬੁੱਝਾਂਗੇ ਤੇ ਅਸੀਂ ਜਨਮ ਮਰਨ ਦੇ ਚੱਕਰ ਦੇ ਵਿੱਚ ਪਈ ਰਵਾਂਗੇ। ਮਹਾਰਾਜ ਇਸ ਲਈ ਫਿਰ ਸਾਨੂੰ ਸਮਝਾਉਂਦੇ ਬਈ ਸਾਡੇ ਸਾਰਿਆਂ ਦਾ ਜਿਹੜਾ ਗੁਰੂ ਹੈ ਉਹ ਸ਼ਬਦ ਹੈ, ਜਿਹਦੇ ਅਸੀਂ ਚੇਲੇ ਬਣਨਾ ਸ਼ਬਦ ਗੁਰੂ 'ਚ। ਮਹਾਰਾਜ ਫਰਮਾਉਂਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਬਈ ਸਾਡਾ ਜਿਹੜਾ ਗੁਰੂ ਉਹ ਸ਼ਬਦ ਹੈ। ਸ਼ਬਦ ਕਹਿੰਦੇ ਨਾਮ ਨੂੰ, ਅਨਹਦ ਸ਼ਬਦ, ਉਹਨੂੰ ਸ਼ਬਦ ਗੁਰੂ ਕਹਿੰਦੇ। ਹੁਣ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਫਿਰ ਇਹ ਸ਼ਬਦ ਗੁਰੂ ਨੂੰ ਬੁੱਝ ਲਿਆ, ਜਿਹੜੇ ਸ਼ਬਦ ਗੁਰੂ ਦੇ ਚੇਲੇ ਬਣ ਗਏ, ਉਹ ਫਿਰ ਦੁਬਾਰਾ ਜਨਮ ਮਰਨ ਦੇ ਵਿੱਚ ਨਹੀਂ ਆਉਂਦੇ। ਇਸ ਪਰਥਾਏ ਫਿਰ ਮਹਾਰਾਜ ਕਹਿੰਦੇ ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੂਨ ਗਰਭ ਨਾਇਓ। ਬਈ ਜਿਨ੍ਹਾਂ ਨੇ ਉਹ ਗੁਰੂ ਨੂੰ ਜਪਿਆ, ਜਿਨ੍ਹਾਂ ਨੇ ਉਹ ਗੁਰੂ ਦੀ ਖੋਜ ਕੀਤੀ ਸ਼ਬਦ ਦੀ, ਨਾਮ ਦੀ, ਜਿਹੜੇ ਉਹ ਸ਼ਬਦ ਗੁਰੂ ਨਾਲ ਜੁੜੇ, ਫਿਰ ਉਹ ਨਹੀਂ ਗਰਭ ਦੇ, ਉਹ ਨਹੀਂ ਦੁਬਾਰਾ ਵਾਪਸ ਜੂਨਾਂ 'ਚ ਆਉਂਦੇ।
ਹੁਣ ਉਸੇ ਸ਼ਬਦ ਗੁਰੂ ਦੀ ਆਰਾਧਨਾ ਕੀਤੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ। ਹੁਣ ਜਿਨ੍ਹਾਂ ਦੀ ਉਹਨਾਂ ਨੇ ਆਰਾਧਨਾ ਕੀਤੀ ਤੇ ਉਸੇ ਸ਼ਬਦ ਗੁਰੂ ਦਾ ਆਪਾਂ ਨੂੰ ਭੇਜ ਦਿੰਦੇ ਵੀ ਤੁਸੀਂ ਵੀ ਉਹ ਸ਼ਬਦ ਗੁਰੂ ਨੂੰ ਬੁੱਝੋ, ਬਈ ਤੁਸੀਂ ਵੀ ਉਹ ਸ਼ਬਦ ਗੁਰੂ ਦੇ ਨਾਲ ਜੁੜੋ ਤੇ ਮਾਲਕ ਨਿਰੰਕਾਰ ਦੀ ਆਰਾਧਨਾ ਕਰੋ। ਹੁਣ ਆਪਾਂ ਨੂੰ ਫਿਰ ਦੱਸਦੇ ਵੀ ਉਹ ਸ਼ਬਦ ਗੁਰੂ ਕਿੱਥੇ ਹੈ ਤੇ ਕਿੱਥੇ ਚੱਲ ਰਿਹਾ। ਮਹਾਰਾਜ ਕਹਿੰਦੇ ਉਹ ਸਹਿਜ ਗੁਫਾ ਦੇ ਵਿੱਚ ਸਾਡੇ ਅੰਦਰ ਹੀ ਜੋ ਗੁਰਦੁਆਰਾ ਹੈ, ਜਿਹਨੂੰ ਨਿਜ ਮਹਿਲ ਕਹਿੰਦੇ, ਸਹਿਜ ਗੁਫਾ ਦਾ ਨਾਮ ਦਿੱਤਾ, ਬਈ ਉੱਥੇ ਅਸੀਂ ਆਸਣ ਲਾ ਕੇ ਤਾੜੀ ਲਾ ਕੇ ਬੈਠੇ ਸਮਾਧੀ ਦੇ ਵਿੱਚ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਬਈ ਜਿੱਥੇ ਨਿਸ਼ਾਨੀ ਕੀ ਸੀ ਉੱਥੇ ਅਨਹਦ ਵਾਜੇ ਵੱਜਦੀ ਸੀ ਤੇ ਉੱਥੇ ਹੀ ਮਾਲਕ ਬੈਠੇ ਸਹਿਜ ਦੇ ਵਿੱਚ ਸਮਾਧੀ ਲਾ ਕੇ ਫਰਮਾਉਂਦੇ, ਅਨਹਦ ਵਾਜੇ ਸਹਿ ਸਹੇਲਾ, ਸ਼ਬਦ ਆਨੰਦ ਕਰੇ ਸਦ ਕੇਲਾ, ਸਹਿਜ ਗੁਫਾ ਮੈਂ ਤਾੜੀ ਲਾਈ ਆਸਣ ਉੱਚ ਸਵਾਰਿਆ ਜੀ। ਬਈ ਅਸੀਂ ਉਹ ਸਹਿਜ ਗੁਫਾ ਦੇ ਵਿੱਚ ਆਸਣ ਲਾ ਕੇ ਬੈਠੇ, ਤਾੜੀ ਲਾ ਕੇ ਸਮਾਧੀ ਲਾ ਕੇ, ਜਿੱਥੇ ਨਿਸ਼ਾਨੀ ਕੀ ਸੀ ਉੱਥੇ ਅਨਹਦ ਵਾਜੇ, ਉੱਥੇ ਵੀ ਸ਼ਬਦ ਗੁਰੂ ਸੀ, ਨਾਮ ਇਹਦੀ ਸ਼ਬਦ ਗੁਰੂ ਦੀ ਆਰਾਧਨਾ ਕੀਤੀ। ਹੁਣ ਆਪਾਂ ਨੂੰ ਵੀ ਫਿਰ ਸਮਝਾਉਂਦੇ ਵੀ ਤੁਸੀਂ ਵੀ ਇਹ ਭਵ ਸਾਗਰ ਸੰਸਾਰ ਸਾਗਰ ਤੋਂ ਪਾਰ ਹੋਵੋ। ਕਿਵੇਂ ਪਾਰ ਹੋਈਏ? ਫਿਰ ਉਹ ਆਪਾਂ ਨੂੰ ਗੁਰੂ ਅਰਜਨ ਪਾਤਸ਼ਾਹ ਦੱਸਦੇ। ਇਹਦੇ ਵੀ ਅਸੀਂ ਇਹ ਅਵਸਥਾ 'ਚ ਫੇਰ ਪਹੁੰਚੇ ਵੀ ਪਹਿਲਾਂ ਅਸੀਂ ਪੂਰਾ ਗੁਰੂ ਦੇ ਸ਼ਬਦ ਨੂੰ ਦ੍ਰਿੜ ਕੀਤਾ। ਜਦੋਂ ਗੁਰੂ ਦੇ ਸ਼ਬਦ ਨੂੰ ਪੂਰਾ ਦ੍ਰਿੜ ਕੀਤਾ ਤੇ ਫਿਰ ਸਾਨੂੰ ਪਰਮ ਪਦਵੀ ਸੀ ਜਿਹੜੀ ਉਹਦੀ ਪ੍ਰਾਪਤੀ ਹੋਈ। ਜਦੋਂ ਨਾਮ ਦੇ ਨਾਲ ਜੁੜੇ ਸ਼ਬਦ ਗੁਰੂ ਦੇ, ਫਿਰ ਅੰਦਰ ਜਿਹੜੀ ਦੁਵਿਧਾ ਫਿਰ ਇਹ ਖਤਮ ਹੁੰਦੀ। ਫਰਮਾਉਂਦੇ, ਗੁਰ ਸ਼ਬਦ ਦ੍ਰਿੜਾਇਆ ਪਰਮ ਪਦ ਪਾਇਆ, ਦੁਤੀਆ ਗਈ ਸੁਖ ਹੋ, ਕਹੋ ਨਾਨਕ ਭਵ ਸਾਗਰ ਤਰਿਆ, ਹਰ ਨਿਧ ਪਾਈ ਸਹਿਜੋ। ਬਈ ਅਸੀਂ ਫੇਰ ਇਹ ਭਵ ਸਾਗਰ ਤੋਂ ਪਾਰ ਹੋਏ ਵੀ ਪੂਰਾ ਗੁਰੂ ਦੇ ਸ਼ਬਦ ਨੂੰ ਦ੍ਰਿੜ ਕੀਤਾ। ਹੁਣ ਆਪਾਂ ਨੂੰ ਕਹਿੰਦੇ ਵੀ ਤੁਸੀਂ ਵੀ ਦ੍ਰਿੜ ਕਰੋ। ਜੇ ਤੁਸੀਂ ਜੀਵਨ ਮੁਕਤ ਹੋਣਾ ਚਾਹੁੰਦੇ ਹੋ ਤੇ ਤੁਸੀਂ ਵੀ ਸਿਮਰਨ ਕਰੋ। ਹੁਣ ਗੁਰੂ ਅਰਜਨ ਪਾਤਸ਼ਾਹ ਤੋਂ ਇੱਕ ਦਿਨ ਮਾਤਾ ਜੀ ਪੁੱਛਣ ਲੱਗੇ, ਅਜੇ ਛੋਟੀ ਅਵਸਥਾ ਉਹਨਾਂ ਦੀ ਬੱਚੇ ਦੇ ਰੂਪ ਦੇ ਵਿੱਚ, ਬਈ ਤੁਸੀਂ ਕਿਹੜੀ ਕਮਾਈ ਕਰਦੇ, ਕਿਹੜਾ ਧਨ ਖੱਟਦੇ ਹੋ? ਤੇ ਮਹਾਰਾਜ ਦੱਸਣ ਲੱਗੇ ਬਈ ਮੈਂ ਉਹ ਗੁਰੂ ਨਾਨਕ ਦੇ ਘਰ ਦਾ ਧਨ ਖੱਟ ਰਿਹਾ, ਨਾਮ ਧਨ, ਵੀ ਜਿਹਦੀ ਨਾ ਇਸ ਲੋਕ ਦੇ ਵਿੱਚ ਤੋਟ ਆਵੇ ਤੇ ਨਾ ਪਰਲੋਕ ਦੇ ਵਿੱਚ, ਬਈ ਉਹ ਧਨ ਇਕੱਠਾ ਕਰ ਰਹੇ। ਮਾਤਾ ਜੀ ਪੁੱਛਣ ਲੱਗੇ ਵੀ ਤੁਸੀਂ ਉਹ ਧਨ ਕਿਵੇਂ ਇਕੱਠਾ ਕਰਦੇ ਹੋ, ਕਿਹੜੇ ਕਿਹੜੇ ਸਮੇਂ ਇਕੱਠਾ ਕਰਦੇ ਹੋ, ਕਿਵੇਂ ਉਹ ਧਨ ਦੀ ਕਮਾਈ ਕਰਦੇ ਹੋ, ਦੱਸੋ। ਫਿਰ ਗੁਰੂ ਅਰਜਨ ਪਾਤਸ਼ਾਹ ਦੱਸਣ ਲੱਗੇ ਵੀ ਸਾਡਾ ਜਿਹੜਾ ਇਹ ਸਿਮਰਨੀ ਜਪ ਬਣ ਗਿਆ ਜੀ, ਉਹ ਸਾਡਾ ਤਪ ਹੈ। ਇੱਕ ਨਿਮਕ ਵੀ ਕਹਿੰਦੇ ਮੈਨੂੰ ਜਿਹੜਾ ਸਿਮਰਨੇ ਵਿਸਰਦਾ ਨਹੀਂ ਹੈ, ਵੀ ਐਸਾ ਸਾਧੂ ਦਾ ਸੰਗ ਕਰਕੇ ਗਿਆਨ ਹੋਇਆ। ਗੁਰੂ ਰਾਮਦਾਸ ਜੀ ਨੂੰ ਸਾਧੂ ਕਹਿੰਦੇ, ਬਈ ਸਾਧ ਸੰਗਤ ਕਰਕੇ ਐਸੀ ਮੈਨੂੰ ਸੋਝੀ ਆਈ, ਐਸਾ ਗਿਆਨ ਹੋਇਆ ਬਈ ਇਹ ਸਿਮਰਨੀ ਮੇਰਾ ਜਪ ਬਣ ਗਿਆ, ਇਹੋ ਮੇਰਾ ਤਪ ਹੈ। ਇੱਕ ਨਿਮਕ ਵੀ ਮੈਨੂੰ ਸਿਮਰਨ ਵਿਸਰਦਾ ਨਹੀਂ। ਚਾਹੇ ਮੈਂ ਚੱਲ ਰਿਹਾ, ਚਾਹੇ ਮੈਂ ਬੈਠਾ, ਚਾਹੇ ਮੈਂ ਜਾਗਦਾ, ਚਾਹੇ ਸੁੱਤਾ, ਚਾਹੇ ਮੈਂ ਭੋਜਨ ਛਕਦਾ, ਬਈ ਇਹ ਕਮਾਈ ਮੈਂ ਹਰ ਸਮੇਂ ਕਰ ਰਿਹਾ। ਜਾਗਦੇ ਤਾਂ ਕਰਦਾ ਹੀ, ਸੁੱਤੇ ਪਏ ਵੀ ਕਰ ਰਹੇ। ਮਹਾਰਾਜ ਫਰਮਾਉਂਦੇ, ਹਰ ਧਨ ਜਾਪ, ਹਰ ਧਨ ਤਾਪ, ਹਰ ਧਨ ਭੋਜਨ ਪਾਇਆ, ਨਿਮਖ ਨਾ ਵਿਸਰਿਓ ਮਨ ਤੇ ਹਰ ਹਰ, ਸਾਧ ਸੰਗਤ ਮੈਂ ਪਾਇਆ। ਮਾਈ ਖਾਟ ਆਇਓ ਘਰ ਪੁੱਤ, ਹਰ ਧਨ ਚਲਤੇ, ਹਰ ਧਨ ਬੈਸੇ, ਹਰ ਧਨ ਜਾਗਤ ਸੁਤਾ। ਮਹਾਰਾਜ ਕਹਿੰਦੇ ਵੀ ਇਹਨਾਂ ਸ਼ਬਦ ਦੀ ਕਮਾਈ ਕੀਤੀ
ਵੀ ਜਾਗਦੇ ਤਾਂ ਕਰਦੇ ਹੀ ਹੈ, ਜਿਵੇਂ ਹੁਣ ਆਪਾਂ ਨੂੰ ਕਹਿੰਦੇ ਨਾ ਵਾਰ-ਵਾਰ ਵੀ ਸਿਮਰਨ ਕਰੋ। ਆਪਾਂ ਕਹਿੰਦੇ ਵੀ ਕਿਹੜੇ ਸਮੇਂ ਕਰੀਏ ਜੀ, ਕਿੰਨਾ ਕੁ ਸਮਾਂ ਸਵੇਰੇ ਕਰੀਏ, ਸ਼ਾਮ ਨੂੰ ਕਰੀਏ। ਗੁਰੂ ਅਰਜਨ ਪਾਤਸ਼ਾਹ ਕੀ ਕਹਿੰਦੇ ਵੀ ਉਹਨਾਂ ਤੋਂ ਜਦੋਂ ਆਪਾਂ ਪੁੱਛਦੇ ਵੀ ਤੁਸੀਂ ਕਿੰਨਾ ਕੁ ਸਿਮਰਨ ਕੀਤਾ, ਉਹ ਫਿਰ ਆਪਦਾ ਆਪਾਂ ਨੂੰ ਦੱਸਦੇ। ਉਹ ਕਹਿੰਦੇ ਇੱਕ ਨਿਮਕ ਵੀ ਨਹੀਂ ਅਸੀਂ ਤਾਂ ਸਿਮਰਨ ਨੂੰ ਛੱਡ ਦਿੱਤੀ। ਵੀ ਚਾਹੇ ਅਸੀਂ ਚੱਲਦੇ ਹਾਂ, ਚੱਲਦੇ ਵੀ ਸਿਮਰਨ ਕਰਦੇ ਹਾਂ, ਚਾਹੇ ਬੈਠੇ ਹਾਂ, ਬੈਠੇ ਵੀ ਸਿਮਰਨ ਕਰਦੇ ਹਾਂ, ਚਾਹੇ ਇਸ਼ਨਾਨ ਕਰ ਰਹੇ ਹਾਂ ਤਾਂ ਵੀ ਸਿਮਰਨ ਕਰਦੇ, ਚਾਹੇ ਭੋਜਨ ਛਕਦੇ ਹਾਂ ਤਾਂ ਵੀ ਸਿਮਰਨ ਕਰੀ ਜਾਂਦੇ। ਬਈ ਜਾਗਦੇ ਤਾਂ ਕਰਦੇ ਹੀ ਹਾਂ, ਇੰਨਾ ਦ੍ਰਿੜ ਕੀਤਾ ਸੁੱਤੇ ਪਏ ਵੀ ਚੱਲੀ ਜਾਂਦੇ। ਹੌਲੀ ਜਦੋਂ ਆਪਾਂ ਵੀ ਇਸ ਤਰ੍ਹਾਂ ਸਿਮਰਨ ਕਰਾਂਗੇ ਨਾ, ਦਿਨ ਦੇ ਸਮੇਂ ਆਪਾਂ ਲਗਾਤਾਰ ਸਿਮਰਨ ਕੀਤੀ ਜਾਂਦੀ। ਫਿਰ ਜਦੋਂ ਆਪਾਂ ਸੌਵਾਂਗੇ ਵੀ ਸੁੱਤਿਆਂ ਦੇ ਵੀ ਆਪਣੇ ਸਿਮਰਨ ਚੱਲੀ ਜਾਂਦੇ। ਬੇਸ਼ੱਕ ਆਪਾਂ ਨੂੰ ਨਾ ਵੀ ਪਤਾ ਲੱਗੇ, ਜਿਹੜਾ ਆਪਣੇ ਕੋਲ ਸੁੱਤਾ ਹੋਏਗਾ ਉਹਨੂੰ ਪਤਾ ਲੱਗ ਜਾਣਾ ਵੀ ਸੁੱਤੇ ਪਏ ਵੀ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ। ਕਿਉਂਕਿ ਉਹ ਫਿਰ ਆਪਾਂ ਨੂੰ ਦ੍ਰਿੜ ਹੋ ਜਾਂਦਾ, ਆਪਣੇ ਹਿਰਦੇ 'ਚ ਜਦੋਂ ਵਸ ਗਿਆ ਫਿਰ ਉਹ ਆਪਾਂ ਨੂੰ ਭੁੱਲਦਾ ਨਹੀਂ, ਫਿਰ ਉਹ ਵਿਸਰਦਾ ਨਹੀਂ ਆਪਾਂ। ਅਤੇ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਵੀ ਅਸੀਂ ਹਰ ਸਮੇਂ ਇਹ ਸਿਮਰਨ ਕਰਦੇ ਬਈ ਜਿੰਨੇ ਮਾਲਕ ਸਵਾਸ ਦੇ ਰਿਹਾ, ਹਰੇਕ ਸਵਾਸ ਦੇ ਨਾਲ ਉਹਦੇ ਗੁਣ ਗਾਉਂਦੇ। ਫਰਮਾਉਂਦੇ ਜੇਤੇ ਸਾਸ ਗਿਰਾਸ ਮਰਨ ਲੇਤਾ ਤੇ ਹੀ ਗੁਣ ਗਾਈਏ। ਬਈ ਜਿੰਨੇ ਸਵਾਸ ਆਉਂਦੇ, ਹਰੇਕ ਸਵਾਸ ਨਾਲ ਮਾਲਕ ਦੇ ਗੁਣ ਗਾਉਂਦੇ, ਉਹਦਾ ਸਿਮਰਨ ਕਰਦੇ। ਹੁਣ ਇਸੇ ਤਰ੍ਹਾਂ ਹੀ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਵੀ ਸਵਾਸ ਸਵਾਸ ਉਹਨੂੰ ਸਿਮਰੋ ਪਰਮਾਤਮਾ ਨੂੰ। ਜਦੋਂ ਅਸੀਂ ਉਹਨੂੰ ਸਾਥ-ਸਾਥ ਸਿਮਰਾਂਗੇ ਫਿਰ ਇਹਦਾ ਸਾਨੂੰ ਫਲ ਕੀ ਮਿਲਣਾ? ਸਾਡੇ ਅੰਦਰ ਜਿਹੜੀ ਚਿੰਤਾ, ਜਿਹੜੇ ਸਾਨੂੰ ਫਿਕਰ ਲੱਗੇ ਹੋਏ, ਜਿਹੜੀਆਂ ਸਾਨੂੰ ਚਿੰਤਾਵਾਂ ਲੱਗੀਆਂ, ਸਾਡੀਆਂ ਸਾਰੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ। ਮਹਾਰਾਜ ਫਰਮਾਉਂਦੇ ਗੁਰੂ ਅਰਜਨ ਪਾਤਸ਼ਾਹ, ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੀ ਚਿੰਤ। ਬਈ ਜਦੋਂ ਤੁਸੀਂ ਉਹਨੂੰ ਸਿਮਰੋਗੇ ਗੋਬਿੰਦ ਵਾਹਿਗੁਰੂ ਨੂੰ, ਸਾਡੀਆਂ ਜਿੰਨੀਆਂ ਵੀ ਚਿੰਤਾਵਾਂ ਇਹ ਸਭ ਖਤਮ ਹੋ ਜਾਣ, ਸਭ ਫਿਕਰ ਸਾਡੇ ਮੁੱਕ ਜਾਣ। ਹੁਣ ਜੇ ਸਾਨੂੰ ਫਿਕਰ ਹੈਗੀ, ਚਿੰਤਾ ਹੈਗੀ, ਇਹਦਾ ਕਾਰਨ ਇਹ ਹੈ, ਗੁਰੂ ਨਾਨਕ ਦਾ ਘਰ ਸਾਨੂੰ ਦੱਸਦਾ ਵੀ ਅਸੀਂ ਗੁਰੂ ਦਾ ਕਹਿਣਾ ਨਹੀਂ ਮੰਨਦੇ। ਜੇ ਅਸੀਂ ਗੁਰੂ ਦਾ ਵਚਨ ਮੰਨੀਏ ਤਾਂ ਫਿਰ ਤਾਂ ਮਹਾਰਾਜ ਤਾਂ ਮੋਹਰ ਲਾਉਂਦੇ ਵੀ ਚਿੰਤਾ ਰਹਿਣੀ ਕੋਈ ਨਹੀਂ, ਫਿਕਰ ਰਹਿਣਾ ਕੋਈ ਨਹੀਂ। ਹੁਣ ਅਸੀਂ ਕਹਿੰਦੇ ਵੀ ਸਾਨੂੰ ਚਿੰਤਾ ਬੜੀ ਹੈ ਜੀ, ਸਾਨੂੰ ਫਿਕਰ ਬੜੀ ਨਹੀਂ। ਇਹਦਾ ਕਾਰਨ ਕੀ? ਇਹਦਾ ਕਾਰਨ ਇਹੀ ਵੀ ਅਸੀਂ ਫਿਰ ਸਿਮਰਨ ਨਹੀਂ ਕਰਦੇ ਹੋਵਾਂਗੇ। ਜੇ ਅਸੀਂ ਸਿਮਰਨ ਕਰੀਏ ਤਾਂ ਸਤਿਗੁਰ ਤਾਂ ਕਹਿੰਦੇ ਚਿੰਤਾ ਰਹਿਣੀ ਕੋਈ ਨਹੀਂ, ਫਿਕਰ ਰਹਿਣਾ ਕੋਈ ਨਹੀਂ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਸਾਨੂੰ ਸਿਮਰਨ ਦੇ ਲਾਭ ਹੋਣੇ, ਸਾਨੂੰ ਇਹਦਾ ਲਾਹਾ ਪ੍ਰਾਪਤ ਹੋਣਾ। ਉਹ ਕੀ ਲਾਹਾ, ਕੀ ਸਾਨੂੰ ਲਾਭ ਹੋਣੇ, ਉਹ ਫਿਰ ਆਪਾਂ ਨੂੰ ਗੁਰੂ ਅਰਜਨ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਪਹਿਲੀ ਅਸ਼ਟਪਦੀ 'ਚ ਹੀ ਦੱਸ ਦਿੱਤਾ ਬਈ ਜਦੋਂ ਅਸੀਂ ਪਰਮਾਤਮਾ ਨੂੰ ਸਿਮਰਾਂਗੇ, ਉਹਦਾ ਸਿਮਰਨ ਕਰਨ ਦੇ ਨਾਲ ਸਭ ਤੋਂ ਪਹਿਲਾਂ ਸਾਡਾ ਕਲਾ ਕਲੇਸ਼ ਖਤਮ ਹੋਣਾ। ਜਿਵੇਂ ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਵੱਡਾ ਭਰਾ ਸੀ ਪ੍ਰਿਥਵੀ ਚੰਦ, ਉਹਨੇ ਪਰਿਵਾਰ ਦੇ ਵਿੱਚ ਬਹੁਤ ਕਲਾ ਕਲੇਸ਼ ਪਾਇਆ ਹੋਇਆ ਸੀ, ਕਿਉਂਕਿ ਉਹ ਸੰਗਤ ਨਹੀਂ ਸੀ ਕਰਦਾ, ਉਹ ਸਿਮਰਨ ਨਹੀਂ ਸੀ ਕਰਦਾ। ਸੰਗਤ ਦੂਰੋਂ ਦੂਰੋਂ ਆਉਂਦੀ ਗੁਰੂ ਰਾਮਦਾਸ ਜੀ ਪਾਸ, ਸਿਮਰਨ ਕਰਦੇ ਅਤੇ ਮਹਾਰਾਜ ਕਥਾ ਕਹਾਣੀ ਕਰਦੇ, ਜੀਵ ਦੂਰੋਂ ਦੂਰੋਂ ਆ ਕੇ ਲਾਹਾ ਕੱਟਦੇ। ਹੁਣ ਉਹ ਘਰ ਦੇ ਵਿੱਚ ਹੀ ਰਹਿੰਦਾ ਸੀ ਪ੍ਰਿਥਵੀ ਚੰਦ, ਉਹ ਸੰਗਤ ਨਹੀਂ ਸੀ ਕਰਦਾ। ਉਹਦੀ ਜਿਹੜੀ ਬਹਿਣੀ ਉੱਠਣੀ ਸੀ ਉਹ ਉਹਨਾਂ ਜੀਵਾਂ ਨਾਲ ਸੀ ਜਿਹੜੇ ਆਪ ਦੁਬਦਾ ਬਸ ਸੀ, ਜਿਹੜੇ ਮਨਮੁਖ ਸੀ, ਜਿਹੜੇ ਸਾਕਤ ਸੀ। ਹੁਣ ਜਿੱਦਾਂ ਦਾ ਜੀਵ ਸੰਗ ਕਰਦਾ, ਜਿਹਦੀ ਸੰਗਤ ਕਰਦਾ, ਉਹਦੇ 'ਤੇ ਰੰਗ ਚੜ੍ਹ ਜਾਂਦਾ, ਉੱਦਾਂ ਦਾ ਹੀ ਬਣ ਜਾਂਦਾ। ਜਿਵੇਂ ਮਹਾਰਾਜ ਫਰਮਾਉਂਦੇ, ਕਬੀਰ ਮਨ ਪੰਖੀ ਭਇਓ ਉੱਡ ਉੱਡ ਦੇਹ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਤੈਸੋ ਹੀ ਫਲ ਖਾਏ। ਬਈ ਜਿੱਦਾਂ ਦੀ ਜੀਵ ਨੂੰ ਸੰਗਤ ਮਿਲਦੀ, ਉੱਦਾਂ ਦਾ ਹੀ ਰੰਗਤ ਉਹਦੇ 'ਤੇ ਚੜ੍ਹ ਜਾਂਦੀ, ਉੱਦਾਂ ਦਾ ਹੀ ਬਣ ਜਾਂਦਾ।
ਹੁਣ ਉਹਦਾ ਜਿਹੜਾ ਸੰਗ ਸੀ ਉਹ ਮਨਮੁਖਾਂ ਦੇ ਨਾਲ ਜਿਹੜੇ ਆਪ ਦੁਬਦਾ ਵਸ ਸੀ, ਵੈਰ ਵਿਰੋਧ ਕਰਦੇ ਸੀ। ਹੁਣ ਸੰਗਤ ਜਦੋਂ ਦੂਰੋਂ ਦੂਰੋਂ ਆਉਂਦੀ, ਲਾਹਾ ਖੱਟਦੀ ਜੀਵਨ ਦਾ, ਅਤੇ ਇੱਕ ਦਿਨ ਸੰਗਤ ਦੇ ਵਿੱਚੋਂ ਹੀ ਗੁਰਸਿੱਖਾਂ ਨੇ ਬੇਨਤੀ ਕੀਤੀ ਵੀ ਜੋ ਪ੍ਰਿਥਵੀ ਚੰਦ ਹੈ ਵੀ ਉਹਦੀ ਜਿਹੜੀ ਵਹਿਣੀ ਉੱਠਣੀ ਉਹ ਮਨਮੁਖਾਂ ਦੇ ਨਾਲ ਹੈ, ਵੀ ਦੁਬਦਾ ਵਸ ਹੋ ਚੁੱਕੀ। ਮਹਾਰਾਜ ਗੁਰੂ ਰਾਮਦਾਸ ਜੀ ਨੂੰ ਕਹਿਣ ਲੱਗੇ ਵੀ ਜੇ ਤੁਸੀਂ ਸੰਗਤ ਦੇ ਵਿੱਚ ਉਹਨੂੰ ਬੁਲਾ ਕੇ ਸਮਝਾਵੋ ਅਤੇ ਸੰਗਤ ਦਾ ਅਸਰ ਹੁੰਦਾ ਵੀ ਹੋ ਸਕਦਾ ਉਹਦਾ ਮਨ ਬਦਲ ਜੇ। ਅਤੇ ਮਹਾਰਾਜ ਨੇ ਉਹਨਾਂ ਦੇ ਕਹਿਣ 'ਤੇ ਵੀ ਸਿੱਖਾਂ ਨੂੰ ਭੇਜਿਆ ਵੀ ਜਾਓ ਬੁਲਾ ਕੇ ਲੈ ਕੇ ਆਓ। ਜਦੋਂ ਬੁਲਾਉਣ ਵਾਸਤੇ ਗਏ, ਪ੍ਰਿਥਵੀ ਚੰਦ ਨੂੰ ਜਾ ਕੇ ਸੁਨੇਹਾ ਦਿੱਤਾ ਵੀ ਗੁਰੂ ਸਾਹਿਬ ਨੇ ਬੁਲਾਇਆ, ਅਤੇ ਉਹ ਫਿਰ ਜਿਹੜੇ ਜੀਵਾਂ ਕੋਲ ਬੈਠਾ ਸੀ, ਜਿਨ੍ਹਾਂ ਦਾ ਸੰਗ ਕਰਦਾ ਸੀ, ਉਹਨਾਂ ਨੇ ਪੁੱਠੀ ਪੱਟੀ ਪੜ੍ਹਾ ਦਿੱਤੀ ਵੀ ਜੇ ਤੇਰੇ ਪਿਤਾ ਤੈਨੂੰ ਸਮਝਾਉਣਾ ਚਾਹੁੰਦੀ ਤੇ ਅੰਦਰ ਬੈਠ ਕੇ ਸਮਝਾ ਦਿੰਦੀ। ਹੁਣ ਸੰਗਤ ਦੇ ਵਿੱਚ ਸਾਰਿਆਂ ਦੇ ਸਾਹਮਣੇ ਤੈਨੂੰ ਬੇਇੱਜ਼ਤ ਕਰਨਗੇ ਤਾਂ ਤੈਨੂੰ ਬੁਲਾਇਆ, ਵੀ ਤੇਰੀ ਬੇਇੱਜ਼ਤੀ ਹੋਏਗੀ ਸਾਰਿਆਂ ਦੇ ਵਿੱਚ, ਵੀ ਇਸ ਤੋਂ ਪਹਿਲਾਂ ਉਹ ਤੇਰੀ ਬੇਇੱਜ਼ਤੀ ਕਰਨ, ਤੂੰ ਉਹਨਾਂ ਦੀ ਬੇਇੱਜ਼ਤੀ ਕਰਤੀ। ਉਹ ਇਸੇ ਤਰ੍ਹਾਂ ਹੀ ਦੁਬਦਾ ਵਸ ਹੋਇਆ ਅਤੇ ਜਦੋਂ ਸੰਗਤ ਦੇ ਵਿੱਚ ਆਇਆ ਤਾਂ ਉਹਨੇ ਫਿੱਕੇ ਬੋਲ ਬੋਲਣੇ ਸ਼ੁਰੂ ਕਰ ਦਿੱਤੇ। ਗੁਰੂ ਰਾਮਦਾਸ ਜੀ ਨੂੰ ਬਹੁਤ ਮਾੜਾ ਬੋਲਿਆ, ਗੁਰੂ ਅਰਜਨ ਦੇਵ ਜੀ ਨੂੰ ਵੀ ਮਾੜਾ ਬੋਲਿਆ। ਮਹਾਰਾਜ ਨੇ ਫਿਰ ਉਸੇ ਤਰ੍ਹਾਂ ਹੀ ਉਹ ਗੁਰਬਾਣੀ ਗੁਰੂ ਵਿੱਚ ਦਰਜ ਕਰ ਦਿੱਤਾ ਬਈ ਜਿਹੜੇ ਮਾਂ ਪਿਓ ਨੇ ਬੱਚੇ ਨੂੰ ਜਨਮ ਦਿੱਤਾ ਹੋਵੇ, ਜੇ ਬੱਚੇ ਉਹਨਾਂ ਨੂੰ ਫਿੱਕੇ ਬੋਲ ਬੋਲਣ, ਮਾੜਾ ਬੋਲਣ, ਬਈ ਉਹਨਾਂ ਨੂੰ ਪਾਪ ਲੱਗਦਾ। ਮਹਾਰਾਜ ਫਰਮਾਉਂਦੇ ਕਾਹੇ ਝਗੜਤ ਪੂਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ 300 ਝਗੜਤ ਪਾਪ। ਬਈ ਜਿਹੜੇ ਮਾਂ ਪਿਓ ਨੇ ਜਨਮ ਦਿੱਤਾ ਹੋਵੇ, ਵੱਡੇ ਹੋ ਕੇ ਬੱਚੇ ਉਹਨਾਂ ਦੀ ਗੱਲ ਪੈਣ, ਉਹ ਉਹਨਾਂ ਨੂੰ ਹੀ ਮਾੜੇ ਬੋਲ ਬੋਲਣ, ਉਹਨਾਂ ਨੂੰ ਹੀ ਕਹਿਣ ਵੀ ਤੁਹਾਨੂੰ ਤਾਂ ਅਕਲ ਹੀ ਨਹੀਂ, ਅਤੇ ਉਹ ਆਖਣ ਬਈ ਜਦੋਂ ਫਿੱਕੇ ਬੋਲ ਬੋਲਦੇ ਤਾਂ ਮਹਾਰਾਜ ਕਹਿੰਦੇ ਉਹਨਾਂ ਦੇ ਮਨਾਂ ਨੂੰ ਸ਼ਾਂਤੀ ਨਹੀਂ ਆ ਸਕਦੀ, ਉਹ ਸੁਖੀ ਨਹੀਂ ਹੋ ਸਕਦੇ, ਕਿਉਂਕਿ ਜਿਹੜੇ ਮਾਂ ਪਿਓ ਨੇ ਜਨਮ ਦਿੱਤਾ ਹੋਵੇ ਉਹਨਾਂ ਨੂੰ ਹੀ ਬੱਚੇ ਬੁਰਾ ਬੋਲਣ। ਹੁਣ ਉਹ ਇਸੇ ਤਰ੍ਹਾਂ ਹੀ ਫਿੱਕੇ ਬੋਲ ਬੋਲਦਾ ਹੋਇਆ ਚਲਾ ਗਿਆ। ਅਤੇ ਫਿਰ ਗੁਰੂ ਅਰਜਨ ਪਾਤਸ਼ਾਹ ਨੂੰ ਗੁਰੂ ਰਾਮਦਾਸ ਜੀ ਨੇ ਸਮਝਾਇਆ ਵੀ ਤੇਰਾ ਜਿਹੜਾ ਵੱਡਾ ਭਰਾ ਹੈ ਉਹ ਤਾਂ ਆਪਦੇ ਰਸਤੇ 'ਤੇ ਚੱਲ ਰਿਹਾ, ਜਿਹੜਾ ਜੀਵੇ ਰਸਤੇ 'ਤੇ ਚੱਲਦਾ ਹੈ ਉਹਦੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਉਹਦੇ ਮਨ ਨੂੰ ਸੁੱਖ ਨਹੀਂ ਮਿਲਦਾ, ਉਹ ਦੁਬਦਾ ਵਸ ਹੋ ਗਈ। ਤੁਸੀਂ ਇਹ ਰਾਹ 'ਤੇ ਨਹੀਂ ਜਾਣਾ, ਤੁਸੀਂ ਲਿਵ ਦੇ ਰਸਤੇ 'ਤੇ ਚੱਲਣਾ। ਮਹਾਰਾਜ ਪੁੱਛਣ ਲੱਗੇ ਵੀ ਇਹ ਰਸਤੇ 'ਤੇ ਫਿਰ ਕੀ ਇਹ ਦੋਵਾਂ 'ਚ, ਅਤੇ ਫਿਰ ਮਹਾਰਾਜ ਦੱਸਣ ਲੱਗੇ ਵੀ ਇਹ ਜਿਹੜਾ ਧਾਤ ਦਾ ਰਸਤਾ ਹੈ, ਇਹਦੇ 'ਤੇ ਜਿਹੜੇ ਜੀਵ ਚੱਲਦੇ ਉਹਨਾਂ ਦੇ ਅੰਦਰ ਇਹ ਵੈਰ ਵਿਰੋਧ ਹੁੰਦਾ, ਈਰਖਾ ਨਫ਼ਰਤ ਹੁੰਦੀ, ਉਹ ਫਿਰ ਇਹ ਲੜਾਈਆਂ ਝਗੜੇ ਕਰਦੇ। ਜਿਹੜਾ ਇਹ ਰਸਤਾ ਫਿਰ ਜਿਹੜਾ ਵੀ ਜੀਵੇ ਰਸਤੇ 'ਤੇ ਜਾਂਦਾ ਉਹ ਜੀਵਨ ਦੀ ਬਾਜੀ ਨੂੰ ਹਾਰ ਕੇ ਜਾਂਦਾ, ਇੱਥੋਂ ਲੁੱਟਿਆ ਜਾਂਦਾ। ਮਾਰੇ ਫਰਮਾਉਂਦੇ ਜੈ ਪੈਂਡੇ ਲੂਟੀ ਪਨਹਾਰੀ, ਸੋ ਮਾਰਗ ਸੰਤ ਅੰਦਰ ਆ। ਵੀ ਇਹ ਪੈਂਡੇ 'ਤੇ ਜੇ ਚੱਲੇਗਾ ਤਾਂ ਉਹ ਜੀਵਨ ਦੀ ਬਾਜੀ ਨੂੰ ਹਾਰ ਕੇ ਹੀ ਜਾਏਗਾ, ਇੱਥੇ ਵੀ ਦੁਖੀ ਹੋਏਗਾ ਅਤੇ ਅੱਗੇ ਵੀ ਦੁੱਖ। ਤੁਸੀਂ ਲੈਵ ਦੇ ਰਸਤੇ 'ਤੇ ਚੱਲਣਾ, ਵੀ ਇਹ ਦੋ ਰਾਹ ਨੇ, ਲੈਵ ਧਾਤ ਦੋਇ ਰਾਹੋ ਹੈ, ਹੁਕਮੀ ਕਾਰ ਕਮਾਏ। ਫਿਰ ਮਹਾਰਾਜ ਨੂੰ ਲੈਵ ਦਾ ਰਸਤਾ ਜਦੋਂ ਦੱਸਿਆ ਅਤੇ ਉਹਦੇ 'ਤੇ ਚੱਲਣ ਵਾਸਤੇ ਕੀ ਕੀਤਾ ਜਾਵੇ, ਫਿਰ ਗੁਰੂ ਰਾਮਦਾਸ ਜੀ ਨੇ ਆਖਿਆ ਵੀ ਸਿਮਰਨ ਕਰਨਾ। ਫਿਰ ਉਹਨਾਂ ਨੇ ਜਦੋਂ ਸਿਮਰਨ ਕੀਤਾ, ਫਿਰ ਉਹਨਾਂ ਨੇ ਦੱਸਿਆ ਵੀ ਇਹ ਜਿਹੜਾ ਕਲਾ ਕਲੇਸ਼ ਸੀ, ਫਿਰ ਇਹ ਸਾਡਾ ਕਲਾ ਕਲੇਸ਼ ਜਿਹੜਾ ਉਹ ਖਤਮ ਹੋਈ ਜਦੋਂ ਅਸੀਂ ਸਿਮਰਨ ਕੀਤਾ, ਗੁਰੂ ਦਾ ਬਚਨ ਕਮਾਇਆ। ਮਹਾਰਾਜ ਫਿਰ ਆਪਾਂ ਨੂੰ ਦੱਸਣ ਲੱਗੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਟਾਵ।
ਬਈ ਇਹ ਜਿਹੜਾ ਪਰਿਵਾਰਾਂ ਦੇ ਵਿੱਚ ਕਲਾ ਕਲੇਸ਼, ਜਿਹੜਾ ਇਹ ਵੈਰ ਵਿਰੋਧ ਹੈ, ਵੀ ਇਹ ਸਾਡਾ ਤਾਂ ਖਤਮ ਹੋ ਸਕਦਾ ਜੇ ਅਸੀਂ ਸਿਮਰਨ ਕਰਾਂਗੇ। ਜਿਹੜਾ ਸਿਮਰਨ ਕਰੇਗਾ ਉਹਦਾ ਖਤਮ ਹੋ ਜਾਏਗਾ, ਜਿਹੜਾ ਨਹੀਂ ਕਰੇਗਾ ਉਹਦਾ ਨਹੀਂ ਖਤਮ ਹੋਏਗਾ ਕਦੇ ਵੀ। ਹੁਣ ਉਹਨਾਂ ਨੇ ਸਿਮਰਨ ਕੀਤਾ, ਗੁਰੂ ਦੇ ਵਚਨ ਨੂੰ ਮੰਨੇ ਆ, ਅਤੇ ਉਹਨਾਂ ਦਾ ਕਲਾ ਕਲੇਸ਼ ਮਿਟਿਆ। ਅਤੇ ਫਿਰ ਆਪਾਂ ਨੂੰ ਦੱਸ ਦਿੱਤਾ ਵੀ ਪਹਿਲਾਂ ਕਲੇਸ਼ ਮਿਟਿਆ, ਫਿਰ ਸਿਮਰਨ ਦੇ ਕੀ ਕੀ ਲਾਭ ਪ੍ਰਾਪਤ ਹੋਏ, ਕੀ ਕੀ ਲਾਹਾ ਮਿਲਿਆ, ਫਿਰ ਆਪਾਂ ਨੂੰ ਉਹ ਸਾਰਾ ਦੱਸ ਦਿੱਤਾ। ਬਈ ਜਦੋਂ ਅਸੀਂ ਸਿਮਰਨ ਕਰਾਂਗੇ ਸਾਡੇ ਅੰਦਰ ਅਨਹਦ ਬਾਣੀ ਪ੍ਰਗਟ ਹੋ ਜਾਏਗੀ, ਅਨਹਦ ਬਾਜੀ ਵੱਜਣੀ ਸ਼ੁਰੂ ਹੋ ਜਾਣਗੀ, ਸਾਡੇ ਅੰਦਰ ਸ਼ਬਦਾਂ ਦੀ ਧੁਨਕਾਰ ਪੈਣ ਲੱਗ ਜੀ। ਪ੍ਰਭ ਕੇ ਸਿਮਰਨ ਅਨਹਦ ਧੁਨਕਾਰ, ਵੀ ਸਾਡੇ ਅੰਦਰ ਅਨਹਦ ਧੁਨਕਾਰਾਂ, ਅਨਹਦ ਬਾਜੀ ਵੱਜਣੀ ਸ਼ੁਰੂ ਹੋ ਜਾਣੀ ਜਦੋਂ ਅਸੀਂ ਸਿਮਰਨ ਕਰਾਂਗੇ। ਫਿਰ ਜਿਹੜਾ ਸਿਮਰਨ ਕਰਦਾ ਉਹ ਗਰਭ 'ਚ ਨਹੀਂ ਜਾਂਦਾ। ਪ੍ਰਭ ਕੇ ਸਿਮਰਨ ਗਰਭ ਨਾ ਵਸੇ। ਫਿਰ ਸਾਨੂੰ ਉਹ ਸਾਰੇ ਸਿਮਰਨ ਦੇ ਲਾਭ ਦੱਸੀ ਜਾਂਦੇ ਅੱਗੇ ਵੀ ਕੀ ਕੀ ਸਾਨੂੰ ਇਹਦਾ ਲਾਹਾ ਪ੍ਰਾਪਤ। ਇਸੇ ਤੱਕ ਮਹਿਮਾ ਕੀਤੀ ਪ੍ਰਭ ਕਾ ਸਿਮਰਨ ਸਭ ਤੋਂ ਉੱਚ। ਬਈ ਜਿਹੜਾ ਸਿਮਰਨ ਕਰਦਾ ਹੈ ਉਹਦਾ ਮਨ ਉੱਚਾ ਹੋ ਜਾਂਦਾ, ਵਿਚਾਰਾਂ ਤੋਂ ਫੁਰਨਿਆਂ ਤੋਂ ਉੱਪਰ ਉੱਠ ਜਾਂਦਾ, ਉਹ ਆਪਣੇ ਘਰ ਚਲਾ ਜਾਂਦਾ। ਸੋ ਇਸ ਵਾਸਤੇ ਫਿਰ ਉਹਨਾਂ ਨੇ ਆਪਾਂ ਨੂੰ ਬੜਾ ਸੌਖਾ ਕਰਕੇ ਭੇਜ ਦਿੱਤਾ। ਜਦੋਂ ਮਿਲਾਪ ਕੀਤਾ, ਫਿਰ ਜਦੋਂ ਘਰ ਗਏ, ਘਰ ਜਾ ਕੇ ਜੋ ਮਾਲਕ ਦੇ ਨਾਲ ਵਿਚਾਰ ਹੋਈ ਵੀ ਆਪਣਾ ਜੋ ਮਸਤਕ ਹੈ ਇੱਥੇ ਮਣੀ, ਜਿਹਨੂੰ ਮਹਾਰਾਜ ਕਹਿੰਦੇ ਮਸਤਕ ਪਦਮ ਦਿਵਾਲੀ ਮਣੀ, ਮਾਹੇ ਨਿਰੰਜਨ ਤ੍ਰੈ ਭਵਨ ਧਣੀ। ਹੁਣ ਜਦੋਂ ਮਹਾਰਾਜ ਬੈਠੇ ਮਾਲਕ ਦੇ ਸਨਮੁਖ ਹੋ ਕੇ, ਉੱਥੇ ਕਹਿੰਦੇ ਮਣੀ ਦਾ ਪ੍ਰਕਾਸ਼ ਸੀ। ਹੁਣ ਉੱਥੇ ਫਿਰ ਮਾਲਕ ਦੇ ਨਾਲ ਵਿਚਾਰ ਹੋਈ, ਜੋ ਵਿਚਾਰ ਹੋਈ ਉਹ ਫਿਰ ਜਦੋਂ ਇੱਧਰ ਆ ਕੇ ਲਿਖਤੀ ਰੂਪ ਵਿੱਚ ਆਪਾਂ ਨੂੰ ਦੱਸਿਆ, ਫਿਰ ਉਹ ਬਾਣੀ ਦਾ ਨਾਂ ਹੀ ਰੱਖ ਦਿੱਤਾ ਸੁਖਮਨੀ ਸਾਹਿਬ। ਫਿਰ ਆਪਾਂ ਨੂੰ ਦੱਸਿਆ ਵੀ ਸੁੱਖਾਂ ਦੀ ਮਣੀ ਹੈ ਕੀ ਹੈ। ਕਹਿੰਦੇ ਪਰਮਾਤਮਾ ਦਾ ਨਾਮ ਸੁਖਮਨੀ, ਸੁਖ ਅੰਮ੍ਰਿਤ ਪ੍ਰਭ ਨਾਮ। ਵੀ ਜੋ ਪਰਮਾਤਮਾ ਦਾ ਨਾਮ ਹੈ ਉਹ ਸੁੱਖਾਂ ਦੀ ਮਣੀ। ਬਈ ਜੇ ਤੁਸੀਂ ਸੁਖੀ ਹੋਣਾ ਚਾਹੁੰਦੇ ਹੋ, ਉਹ ਸੁੱਖਾਂ ਦੀ ਮਣੀ ਸਾਡੇ ਅੰਦਰ ਹੀ ਹੈ ਸਭ 'ਚ। ਵੀ ਤੁਸੀਂ ਉਹ ਮਣੀ ਦੀ ਪ੍ਰਾਪਤੀ ਕਰੋ, ਤੁਸੀਂ ਨਾਮ ਦੀ ਪ੍ਰਾਪਤੀ ਕਰੋ। ਹੁਣ ਉਹ ਨਾਮ, ਉਹ ਮਣੀ ਕਿੱਥੇ, ਆਪਾਂ ਨੂੰ ਫਿਰ ਦੱਸ ਦਿੱਤਾ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ। ਬਈ ਜਿਹੜਾ ਨਾਮ ਹੈ ਉਹ ਸਾਡੀ ਦੇਹ ਦੇ ਅੰਦਰ ਹੀ, ਸਾਡੇ ਘਰ ਦੇ ਵਿੱਚ ਹੀ ਹੈ, ਬਾਹਰ ਨਹੀਂ। ਹੁਣ ਆਪਾਂ ਨੂੰ ਕਹਿੰਦੇ ਵੀ ਸਾਡੇ ਅੰਦਰ ਹੀ ਮਾਲਕ ਬੈਠੇ, ਵੀ ਤੁਸੀਂ ਅੰਤਰਮੁਖੀ ਹੋ ਕੇ ਅੰਤਰਗਤ ਜਾ ਕੇ ਉਹਨਾਂ ਦੇ ਨਾਲ ਮਿਲਾਪ ਕਰ ਸਕਦੇ। ਜਿਹੜੇ ਵੀ ਗੁਰਮੁਖ, ਜਿਹੜੇ ਵੀ ਭਗਤ ਫਿਰ ਉੱਥੇ ਜਾਂਦੇ ਸਹਿਜ ਦੇ ਵਿੱਚ, ਮਾਲਕ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਦਾ, ਉਹਨਾਂ ਦੇ ਨਾਲ ਗੋਸ਼ਟ ਹੁੰਦੀ। ਕਿਤੇ ਬਹਿ ਕੇ ਗੋਸ਼ਟ ਕਰਦੇ, ਉਹ ਵੀ ਮਹਾਰਾਜ ਨੇ ਆਪਾਂ ਨੂੰ ਦੱਸ ਦਿੱਤਾ। ਸੁਨ ਸਮਾਧ ਗੁਫਾ ਤੇ ਆਸਣ, ਕੇਵਲ ਬ੍ਰਹਮ ਪੂਰਨ ਤੈ ਵਾਸਣ। ਭਗਤ ਸੰਗ ਪ੍ਰਭ ਗੋਸ਼ਟ ਕਰਤ, ਤੈ ਹਰਖ ਨ ਸੋਗ ਜਨਮ ਨਹਿ ਮਰਤ। ਬਈ ਜਦੋਂ ਅਸੀਂ ਸਹਿਜ ਘਰ ਜਾਵਾਂਗੇ ਅਤੇ ਉੱਥੇ ਬੈਠ ਕੇ ਅਸੀਂ ਮਾਲਕ ਨਾਲ ਵਿਚਾਰ ਕਰ ਸਕਦੇ। ਜਿਹੜੇ ਵੀ ਗੁਰਮੁਖ, ਜਿਹੜੇ ਵੀ ਭਗਤ ਜਾਂਦੇ, ਮਾਲਕ ਉਹਨਾਂ ਦੇ ਨਾਲ ਗੋਸ਼ਟ ਕਰਦੇ, ਵਿਚਾਰ ਕਰਦੇ। ਵੀ ਤੁਸੀਂ ਵੀ ਕਰਨੀ ਚਾਹੁੰਦੇ ਹੋ ਕੋਈ ਵਿਚਾਰ ਵਟਾਂਦਰਾ, ਅਤੇ ਤੁਸੀਂ ਵੀ ਜਾ ਕੇ ਕਰ ਲਓ। ਔਰ ਉਹਦੇ ਵਾਸਤੇ ਸਹਿਜ ਘਰ ਜਾਣ ਲਈ ਫਿਰ ਸਾਨੂੰ ਸਿਮਰਨ ਕਰਨਾ ਪੈਂਦਾ। ਬਈ ਜੇ ਅਸੀਂ ਉਹਦਾ ਆਖੀਏ, ਉਹਦਾ ਅਸੀਂ ਜਾ ਨਹੀਂ ਸਕਦੇ। ਅੱਗੇ ਵਿਚਾਰ ਨੇ ਜਿਹੜੇ ਫੁਰਨੇ, ਸਾਨੂੰ ਉੱਥੇ ਜਾਣ ਨਹੀਂ ਦਿੰਦੇ।
ਇਹ ਵਿਚਾਰਾਂ ਦੀ ਮੈਲ, ਵਿਚਾਰਾਂ ਦੀ ਦੀਵਾਰ ਅੱਗੇ ਖੜੀ ਹੈ ਘਰ ਜਾਣ ਵਾਸਤੇ। ਹੁਣ ਇਹਨੂੰ ਦੀਵਾਰ ਨੂੰ ਫਿਰ ਇਹ ਕੂੜ ਦੀ ਪਾਲ ਕਹਿੰਦੇ, ਜੋ ਮਾਰੇ ਫਰਮਾਉਂਦੇ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ। ਹੌੜੇ ਕੂੜ ਦੀ ਪਾਲ ਕੀ ਹੈ? ਵਿਚਾਰ ਇਹ ਫੁਰਨੇ, ਇਹ ਕੂੜ ਦੀ ਪਾਲ ਹੈ। ਹੁਣ ਇਹ ਵਿਚਾਰ ਫੁਰਨੇ ਹੀ ਸਾਨੂੰ ਘਰ ਨਹੀਂ ਜਾਣ ਦਿੰਦੇ। ਵਿਚਾਰਾਂ ਦੇ ਵਿੱਚ ਅਸੀਂ ਇੱਧਰ ਉੱਧਰ ਭੱਜੇ ਫਿਰਦੇ। ਹੁਣ ਮਾਰੇ ਕਹਿੰਦੇ ਵੀ ਇਹਨਾਂ ਵਿਚਾਰਾਂ ਨੂੰ ਖਤਮ ਕਰ ਤੇ ਫਿਰ ਅਸੀਂ ਆਪਦੇ ਘਰ ਜਾ ਸਕਦੇ। ਹੁਣ ਵਿਚਾਰਾਂ ਨੂੰ ਖਤਮ ਕਰਨ ਵਾਸਤੇ ਫਿਰ ਇਸ ਮਨ ਸਾਨੂੰ ਕਰਨਾ ਪੈਂਦਾ। ਵਿਚਾਰਾਂ ਨੂੰ ਖਤਮ ਕਰਨ ਵਾਸਤੇ ਸਾਨੂੰ ਨਾਲ ਨਾਲ ਗੁਰੂ ਦੀ ਮੱਤ ਲੈਣੀ ਪੈਂਦੀ, ਮਨ ਨੂੰ ਗਿਆਨ ਦੇਣਾ ਪੈਂਦਾ। ਜਦੋਂ ਅਸੀਂ ਮਨ ਨੂੰ ਗੁਰੂ ਦੀ ਮੱਤ ਗਿਆਨ ਦੇਵਾਂਗੇ ਫਿਰ ਇਹ ਗਿਆਨ ਦੁਆਰਾ ਸਾਡਾ ਮਨ ਰੁਕ ਜਾਂਦਾ, ਫਿਰ ਇਹਨੂੰ ਬੰਨ੍ਹ ਦਈਦਾ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਵੀ ਗਿਆਨ ਦਾ ਬੱਧਾ ਹੋਇਆ ਮਨ ਇਹ ਰੁਕ ਜਾਂਦਾ, ਵਿਚਾਰਾਂ ਤੋਂ ਫੁਰਨਿਆਂ ਤੋਂ ਇਹ ਠਹਿਰ ਜਾਂਦਾ। ਫਿਰ ਇਸੇ ਤਰ੍ਹਾਂ ਹੀ ਇਹ ਗਿਆਨ ਨੂੰ ਰਤਨ ਕਹਿੰਦੇ। ਬਈ ਇਹ ਜੇ ਸਾਨੂੰ ਗਿਆਨ ਰਤਨ ਹੋਏਗਾ ਤਾਂ ਇਹਦੇ ਦੁਆਰਾ ਅਸੀਂ ਮਨ ਨੂੰ ਮਾਂਜ ਦਾਂਗੇ। ਜੇ ਮਨ ਨੂੰ ਮਾਂਜਾਂਗੇ ਫਿਰ ਇਹ ਮੈਲਾ ਨਹੀਂ ਹੁੰਦਾ। ਰਮਾਉਂਦੇ ਗਿਆਨ ਰਤਨ ਮਨ ਮਾਂਜੀਏ, ਬਾਹਰ ਨਾ ਮੈਲਾ ਹੋਈ। ਵੀ ਜੇ ਸਾਡੇ ਕੋਲ ਗਿਆਨ ਰਤਨ ਹੈ ਤਾਂ ਇਹਨੂੰ ਮਾਂਜ ਲਾਂਗੇ, ਫਿਰ ਨਹੀਂ ਮੈਲਾ ਹੋਏਗਾ। ਜੇ ਹੁਣ ਸਾਨੂੰ ਗਿਆਨ ਰਤਨ ਹੀ ਨਹੀਂ ਸਾਡੇ ਕੋਲ ਤਾਂ ਫਿਰ ਇਹਨੂੰ ਮਾਂਜਾਂਗੇ ਕਾਹਦੇ ਨਾਲ? ਫਿਰ ਤਾਂ ਇਹਨੂੰ ਮਾਂਜ ਹੀ ਨਹੀਂ ਸਕਦੇ। ਜੇ ਮਾਂਜਾਂਗੇ ਨਹੀਂ ਤਾਂ ਇਹਦੇ 'ਤੇ ਮੈਲ ਹੋਰ ਚੜ੍ਹਦੀ ਜਾਣ। ਜਿਵੇਂ ਅੱਗੇ ਪੁਰਾਣੇ ਬਰਤਨ ਹੁੰਦੇ ਸੀ, ਬੀਬੀਆਂ ਮਾਂਜਦੀਆਂ ਸੀ, ਜੇ ਹੁਣ ਨਾ ਮਾਂਜੀਏ ਤਾਂ ਉਹ ਬਰਤਨ ਨੇ ਕਾਲਾ ਹੀ ਹੋਈ ਜਾਣ। ਹੁਣ ਜੇ ਮਾਂਜਦੀ ਹੈ ਤਾਂ ਉਹ ਫਿਰ ਚਮਕ ਜਾਂਦਾ। ਔਰ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਮਨ ਹੈ ਇਹਨੂੰ ਅਸੀਂ ਜਦੋਂ ਨਹੀਂ ਮਾਂਜਦੇ ਫਿਰ ਇਹਦੇ 'ਤੇ ਮੈਲ ਦੇ ਉੱਤੇ ਮੈਲ ਚੜ੍ਹਦੀ ਜਾਂਦੀ, ਉੱਥੇ ਦੀ ਉੱਤੇ ਹੋਰ। ਸਤਿਗੁਰੂ ਕਹਿੰਦੇ ਜਨਮਾਂ ਜਨਮਾਂ ਦੀ ਇਹਦੇ 'ਤੇ ਮੈਲ ਚੜ੍ਹ ਗਈ, ਕਿਉਂਕਿ ਇਹਨੂੰ ਅਸੀਂ ਮਾਂਜਿਆ ਨਹੀਂ, ਇਹਨੂੰ ਧੋਤਾ ਨਹੀਂ। ਵਰਮਾਉਂਦੇ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੁਆ ਸ਼ਾਹੂ। ਬਈ ਇੰਨਾ ਕਾਲਾ ਹੋ ਗਿਆ, ਕਾਲਾ ਸ਼ਾਹ ਹੋ ਗਿਆ, ਵੀ ਇੰਨੀ ਮੈਲ ਚੜ੍ਹ ਗਈ ਇਹਦੇ 'ਤੇ, ਕਿਉਂਕਿ ਇਹਨੂੰ ਮਾਂਜਿਆ ਨਹੀਂ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਸਤਿਗੁਰੂ ਵੀ ਜੇ ਕਾਲਾ ਸ਼ਾਹ ਵੀ ਹੋ ਗਏ ਫਿਰ ਵੀ ਹੁਣ ਇਹ ਮਾਂਜਿਆ ਜਾ ਸਕਦਾ। ਹੁਣ ਮੌਕਾ, ਹੁਣ ਵਾਰੀ। ਮਾਨਸ ਜਾਮੇ ਵਿੱਚ ਹੋਰ ਕਿਸੇ ਜੂਨ 'ਚ ਨਹੀਂ ਇਹ ਮਾਂਜਿਆ ਜਾਂਦਾ, ਕਿਉਂਕਿ ਸਾਨੂੰ ਗਿਆਨ ਨਹੀਂ ਹੁੰਦਾ। ਸਿਰਫ ਹੁਣ ਹੀ ਮੌਕਾ, ਹੁਣ ਹੀ ਵਾਰੀ ਹੈ, ਹੁਣ ਅਸੀਂ ਇਹਨੂੰ ਮਾਂਜਾ ਲਾ ਸਕਦੇ। ਮਹਾਰਾਜ ਤਾਂ ਫਿਰ ਕਹਿੰਦੇ ਵੀ ਇਹਨੂੰ ਮਾਂਜਣ ਵਾਸਤੇ ਪਹਿਲਾਂ ਗਿਆਨ ਰਤਨ ਰਵੋ, ਵੀ ਇਹਨੂੰ ਮਾਂਜਣਾ ਕਿਵੇਂ ਅਸੀਂ। ਜੇ ਸਾਨੂੰ ਗਿਆਨ ਹੋਏਗਾ, ਸੋਝੀ ਹੋਏਗੀ, ਜੇ ਅਸੀਂ ਸਿੱਖਿਆ ਹੋਏਗਾ ਮਾਂਜਣਾ, ਫਿਰ ਮਾਂਜ ਸਕਦੇ। ਜੇ ਨਹੀਂ ਸਿੱਖਿਆ, ਨਹੀਂ ਭੇਤ ਲਿਆ, ਫਿਰ ਮਾਂਜਣ ਦੀ ਬਜਾਏ ਫਿਰ ਹੋਰ ਕਾਲਾ ਹੁੰਦਾ ਜਾਂਦਾ, ਫਿਰ ਹੋਰ ਮੈਲ ਚੜ੍ਹਦੀ ਜਾਂਦੀ। ਜਿਵੇਂ ਹੁਣ ਜਦ ਤੱਕ ਜੀਵ ਸਤਸੰਗ 'ਚ ਨਹੀਂ ਆਉਂਦਾ, ਜੇ ਉਹ ਆਖੇ ਵੀ ਮੈਂ ਮਨ ਨੂੰ ਧੋ ਲਾਂਗਾ ਜਾਂ ਮਾਂਜ ਲਾਂਗਾ, ਮਹਾਰਾਜ ਕਹਿੰਦੇ ਹੋਰ ਮੈਲ ਦੇ ਨਾਲ ਭਰਨਾ ਸੰਗਤ ਤੋਂ ਬਿਨਾਂ। ਸਤਿਗੁਰੂ ਇਸ ਲਈ ਫਰਮਾਉਂਦੇ ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੈ ਜੀਓ। ਬਈ ਆਪਦੇ ਜਾਣੇ ਦਾ ਜੀਵ ਜਦੋਂ ਆਪਦੀ ਮੱਤ ਵਰਤਦਾ, ਉਹ ਜਾਂਦਾ ਤੀਰਥਾਂ 'ਤੇ ਜਾਂਦਾ ਜਾਂ ਗੁਰੂ ਘਰ ਜਾਂਦਾ ਜਾਂ ਬਾਣੀ ਪੜ੍ਹਦਾ, ਜੇ ਉਹਨੇ ਨਹੀਂ ਗੁਰੂ ਦੀ ਮੱਤ ਲਈ, ਉਹ ਸਗਾ ਤੇ ਹੋਰ ਉੱਤੇ ਦੂਣੀ ਮੈਲ ਲਵਾ ਲੈਂਦਾ। ਉੱਥੇ ਨਾ ਸੋਝੀ, ਨਾ ਗਿਆਨ ਰਤਨ ਹੋਣ ਕਰਕੇ, ਨਾ ਗੁਰੂ ਦੀ ਮੱਤ ਲੈਣ ਕਰਕੇ ਉਹ ਦੂਸਰਿਆਂ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦਾ। ਵੈਰ ਵਿਰੋਧ ਈਰਖਾ ਨਫ਼ਰਤ ਉਹਦੇ ਅੰਦਰੋਂ ਜਾਂਦੀ ਕੋਈ ਨਹੀਂ। ਹੁਣ ਜੇ ਸਾਡੇ ਅੰਦਰੋਂ ਗਿਆ ਹੀ ਨਹੀਂ ਤਾਂ ਫਿਰ ਅਸੀਂ ਕੀ ਤੀਰਥਾਂ 'ਤੇ ਗਏ ਅਤੇ ਕੀ ਅਸੀਂ ਬਾਣੀ ਪੜ੍ਹੀ। ਇਹ ਸਾਰਾ ਕੁਛ ਕਰਨਾ ਤਾਂ ਇਸ ਵਾਸਤੇ ਹੁੰਦਾ ਵੀ ਸਾਡਾ ਮਨ ਸ਼ੁੱਧ ਹੋਵੇ,
ਸਾਡਾ ਮਨ ਧੋਤਾ ਜਾਵੇ, ਮਨ ਉਜਲ ਹੋ ਜੇ, ਨਿਰਮਲ ਹੋ ਜੇ। ਜੇ ਹੁਣ ਮਨ ਤਾਂ ਧੋਤਾ ਹੀ ਨਾ ਗਿਆ, ਮਹਾਰਾਜ ਕਹਿੰਦੇ ਅੰਦਰੋਂ ਵੈਰ ਵਿਰੋਧ ਗਿਆ ਹੀ ਨਹੀਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਗਏ ਹੀ ਨਹੀਂ। ਫਿਰ ਸਤਿਗੁਰੂ ਕਹਿੰਦੇ ਤੁਹਾਨੂੰ ਸੇਵਾ ਕੀਤੀ ਦਾ ਫਲ ਕੀ ਹੋਏ ਮਿਲਿਆ? ਤੁਹਾਡੀ ਸੇਵਾ ਕੀਤੀ ਤਾਂ ਸਾਰੀ ਵਿਅਰਥ ਹੀ ਚਲੀ ਗਈ। ਬਈ ਜਿਹੜੀ ਪਰਾਈ ਨਿੰਦੇ ਉਹ ਮੁੱਖ ਤੋਂ ਛੱਡੀ ਕੋਈ ਨਹੀਂ। ਤੇ ਸਤਿਗੁਰੂ ਫਰਮਾਉਂਦੇ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁੱਖ ਤੇ ਨਹੀਂ ਛੂਟੀ, ਨੇਫਲ ਭਈ ਸਭ ਸੇਵਾ। ਵੀ ਇਹਦਾ ਸੇਵਾ ਕੀਤੀ ਹੋਈ ਸਾਰੀ ਨੇਫਲ ਚੱਲੀ ਗਈ। ਵੀ ਸੇਵਾ ਤਾਂ ਇਸ ਕਰਕੇ ਕਰਦੇ ਹਾਂ ਵੀ ਸਾਡਾ ਮਨ ਧੋਤਾ ਜਾਵੇ, ਮਨ ਸ਼ੁੱਧ ਹੋਵੇ। ਜਿਵੇਂ ਹੁਣ ਆਪਾਂ ਨੂੰ ਕੋਈ ਕਹਿ ਦੇਵੇ ਨਾ ਵੀ ਤੇਰੀ ਇਹ ਸੇਵਾ ਕੀਤੀ ਹੋਈ ਨੇਫਲ, ਇਹ ਆਪਾਂ ਨੂੰ ਬੁਰਾ ਲੱਗਦਾ। ਜੇ ਕੋਈ ਸਾਨੂੰ ਆਖੇ ਤਾਂ ਆਪਾਂ ਕੋਸ਼ਿਸ਼ ਵੀ ਕਰਦੇ ਹਾਂ ਵੀ ਸਾਡਾ ਜਿਹੜੀ ਸੇਵਾ ਕੀਤੀ ਇਹਦਾ ਫਲ ਕਿਤੇ ਊਂ ਹੀ ਨਾ ਚਲਿਆ ਜਾਵੇ, ਸਾਨੂੰ ਮਿਲਣਾ ਚਾਹੀਦਾ। ਮਹਾਰਾਜ ਕਹਿੰਦੇ ਜੇ ਤੁਸੀਂ ਸੇਵਾ ਦਾ ਫਲ ਲੈਣਾ ਹੈ, ਪਹਿਲਾਂ ਤੁਸੀਂ ਇਹ ਗਿਆਨ ਤਾਂ ਲਵੋ ਵੀ ਤੁਸੀਂ ਸੇਵਾ ਕਰਨੀ ਕਾਹਦੇ ਵਾਸਤੇ। ਵੀ ਉਹਦਾ ਅਸੀਂ ਸੇਵਾ ਵੀ ਕਰੀਏ ਅਤੇ ਮੁੱਖ ਤੋਂ ਨਿੰਦਿਆ ਵੀ ਕਰੀ ਚੱਲੀਏ, ਅਤੇ ਫਿਰ ਸਾਨੂੰ ਸੇਵਾ ਦਾ ਫਲ ਕੀ ਮਿਲੇ? ਫਿਰ ਸਾਨੂੰ ਪਤਾ ਹੀ ਨਹੀਂ ਵੀ ਸੇਵਾ ਅਸੀਂ ਕਰਨੀ ਕਿਵੇਂ, ਕਾਹਦੇ ਵਾਸਤੇ ਕਰਨੀ, ਸਾਨੂੰ ਤਾਂ ਇਹ ਵੀ ਨਾ ਗਿਆਨ ਹੋਏ। ਮਹਾਰਾਜ ਇਸ ਲਈ ਫਿਰ ਸਾਨੂੰ ਸਮਝਾਉਂਦੇ ਵੀ ਜਿਹੜੀ ਇਹ ਅਸੀਂ ਸੇਵਾ ਕਰਦੇ ਗੁਰੂ ਘਰ ਆ ਕੇ, ਜਿਵੇਂ ਆਪਾਂ ਦੇਖਦੇ ਹਾਂ ਵੀ ਬੀਬੀਆਂ ਪ੍ਰਸ਼ਾਦਾ ਪਾਣੀ ਦੀ ਸੇਵਾ ਕਰਦੀਆਂ, ਝਾੜੂ ਦੀ ਸੇਵਾ ਕਰਦੀਆਂ, ਜੋੜਿਆਂ ਦੀ ਸੇਵਾ ਕਰਦੀ। ਹੌਲੀ ਜਿਹੜੀ ਅਸੀਂ ਸੇਵਾ ਕਰਦੇ ਇਸ ਕਰਕੇ ਵੀ ਸਾਡਾ ਮਨ ਧੋਤਾ ਜਾਵੇ, ਸਾਡੇ ਅੰਦਰੋਂ ਜਿਹੜੀ ਹਉਮੈ ਹੰਕਾਰ ਉਹ ਖਤਮ ਹੋ ਜੇ, ਸਾਡੇ ਅੰਦਰ ਨਿਮਰਤਾ ਆ ਜੀ। ਹੁਣ ਜੇ ਸਾਰਾ ਕੁਛ ਕਰਕੇ ਸਾਡੇ ਅੰਦਰ ਨਿਮਰਤਾ ਤਾਂ ਆਈ ਨਹੀਂ, ਵੈਰ ਵਿਰੋਧ ਗਿਆ ਨਹੀਂ, ਪਰ ਆਈ ਨਿੰਦੇ ਅਸੀਂ ਛੱਡੀ ਕੋਈ ਨਹੀਂ। ਅਤੇ ਫਿਰ ਮਹਾਰਾਜ ਕਹਿੰਦੇ ਵੀ ਤੁਹਾਨੂੰ ਇਹ ਨਹੀਂ ਪਤਾ ਲੱਗਿਆ ਵੀ ਸੇਵਾ ਕਰਨੀ ਕਾਹਦੇ ਵਾਸਤੇ। ਵੀ ਤੁਹਾਨੂੰ ਫਿਰ ਫਲ ਤਾਂ ਮਿਲਿਆ ਹੀ ਨਾ ਸੇਵਾ ਦਾ, ਕਿਉਂਕਿ ਅਸੀਂ ਗੁਰੂ ਦੀ ਮੱਤ ਤਾਂ ਲਈ ਹੋਈ ਨਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਗਿਆਨ ਜਿਹੜਾ ਇਹ ਰਤਨ ਹੈ, ਜੇ ਸਾਨੂੰ ਰਤਨ ਗਿਆਨ ਹੋਏਗਾ ਤਾਂ ਫਿਰ ਅਸੀਂ ਮਨ ਨੂੰ ਮੰਨ ਸਕਦੇ, ਨਹੀਂ ਤਾਂ ਮਨ ਜੀਵ ਦਾ ਧੋਤਾ ਨਹੀਂ ਜਾਂਦਾ। ਸਾਰੀ ਸਾਰੀ ਉਮਰ ਉਹਨੂੰ ਬੀਤ ਜਾਂਦੀ, ਸੇਵਾ ਵੀ ਕਰਦਾ, ਗੁਰੂ ਘਰ ਵੀ ਆਉਂਦਾ, ਪਰ ਅੰਦਰ ਵੈਰ ਵਿਰੋਧ ਉਵੇਂ ਹੀ, ਹਉਮੈ ਹੰਕਾਰ ਅੰਦਰ ਉਵੇਂ ਹੀ ਮੌਜੂਦ। ਅਤੇ ਫਿਰ ਮਹਾਰਾਜ ਕਹਿੰਦੇ ਤੈਨੂੰ ਫਲ ਕੀ ਮਿਲਿਆ? ਤੇਰੀ ਸੇਵਾ ਤਾਂ ਨਿਫਲ ਹੋ ਗਈ। ਇਸ ਵਾਸਤੇ ਫਿਰ ਕਹਿੰਦੇ ਗਿਆਨ ਰਤਨ ਮਨ ਮਾਂਜੀਏ, ਬੌਰ ਨਾ ਮੈਲਾ ਹੋਈ। ਵੀ ਜੇ ਸਾਨੂੰ ਗਿਆਨ ਰਤਨ ਹੋਏਗਾ ਫਿਰ ਅਸੀਂ ਮਨ ਨੂੰ ਮਾਂਜਾ ਲਾਵਾਂਗੇ ਅਤੇ ਫਿਰ ਇਹ ਮੈਲਾ ਨਹੀਂ ਹੋਏਗਾ। ਨਹੀਂ ਤਾਂ ਜੀਵ ਕੀ ਕਰਦਾ, ਜਿਹੜਾ ਮਨਮੁਖ ਹੈ ਉਹ ਬਾਣੀ ਪੜ੍ਹਦਾ, ਬਾਣੀ ਪੜ੍ਹ ਕੇ ਮੁੜ ਕੇ ਬਾਅਦ 'ਚੋਂ ਫਿਰ ਨਿੰਦਿਆ ਚੁਗਲੀ ਸ਼ੁਰੂ ਕਰ ਦਿੰਦਾ। ਜਿਵੇਂ ਆਪਾਂ ਕਈ ਵਾਰ ਦੇਖਦੇ ਹਾਂ ਨਾ, ਗੁਰੂ ਘਰ ਦੇ ਵਿੱਚ ਹੀ ਪਹਿਲਾਂ ਪਾਠ ਚੱਲ ਰਿਹਾ ਹੁੰਦਾ, ਜਿਉਂ ਹੀ ਸਮਾਪਤੀ ਹੁੰਦੀ ਉਦੋਂ ਹੀ ਦੂਜੀਆਂ ਸੰਸਾਰ ਦੀਆਂ ਗੱਲਾਂ ਸ਼ੁਰੂ ਹੋ ਜਾਂਦੀ, ਉਦੋਂ ਹੀ ਦੂਸਰਿਆਂ ਦੇ ਔਗਣ ਫਰੋਲਣੇ, ਨਿੰਦਿਆ ਚੁਗਲੀ ਸ਼ੁਰੂ ਹੋ ਜਾਂਦੀ। ਮਹਾਰਾਜ ਕਹਿੰਦੇ ਇਸ ਤਰ੍ਹਾਂ ਵੀ ਜਿਵੇਂ ਹਾਥੀ ਹੈ, ਵੀ ਉਹ ਪਾਣੀ ਦੇ ਵਿੱਚ ਵੜਦਾ, ਇਸ਼ਨਾਨ ਕਰਦਾ, ਅਤੇ ਜਦੋਂ ਬਾਹਰ ਨਿਕਲਦਾ ਫਿਰ ਆਪਦੇ ਉੱਤੇ ਮਿੱਟੀ ਪਾ ਲੈਂਦਾ, ਫਿਰ ਆਪਦੇ ਉੱਤੇ ਚਿੱਕੜ ਪਾ ਲੈਂਦਾ। ਉਹੀ ਅਵਸਥਾ ਫਿਰ ਸਤਿਗੁਰੂ ਇਹ ਮਨਮੁੱਖਾਂ ਦੀ ਦੱਸਦੇ। ਮਹਾਰਾਜ ਕਹਿੰਦੇ ਮਨਮੁਖ ਕਰਮ ਕਰੇ ਅਭਿਮਾਨੀ, ਕੱਢ ਪਾਣੀ ਚੀਕੜ ਪਾਵੇ ਗੋ। ਵੀ ਮਨਮੁਖ ਜਿਹੜਾ ਵੀ ਕਰਮ ਕਰਦਾ ਉਹ ਅਭਿਮਾਨ ਦੇ ਵਿੱਚ, ਹੰਕਾਰ ਦੇ ਵਿੱਚ, ਬਾਣੀ ਵੀ ਪੜ੍ਹਦਾ, ਅੰਦਰ ਹੰਕਾਰ ਹੈ ਵੀ ਮੈਂ ਪੜ੍ਹਦਾ, ਦੂਸਰੇ ਦਾ ਪੜ੍ਹਦਾ ਹੀ ਨਹੀਂ, ਮੈਂ ਗੁਰਮੁਖ ਹਾਂ, ਦੂਜੇ ਮਨਮੁਖ, ਉਹ ਦੂਜਿਆਂ ਦੀ ਨਿੰਦਿਆ ਸ਼ੁਰੂ ਕਰ ਦਿੰਦੇ। ਮਹਾਰਾਜ ਕਹਿੰਦੇ ਤਾਂ ਉਹ ਹੋ ਗਿਆ ਵੀ ਪਾਣੀ ਕੱਢ ਕੇ ਪਹਿਲਾਂ ਇਸ਼ਨਾਨ ਕੀਤਾ, ਮੁੜ ਕੇ ਉੱਤੇ ਚਿੱਕੜ ਪਾ ਲਿਆ, ਫਿਰ ਉੱਤੇ ਗੰਦਗੀ ਪਾ ਲਈ। ਸੋ ਇਸ ਵਾਸਤੇ ਕਹਿੰਦੇ ਵੀ ਜੇ ਸਾਨੂੰ ਗਿਆਨ ਹੋਏਗਾ ਫਿਰ ਅਸੀਂ ਮਨ ਨੂੰ ਮਾਂਜ ਲਾਂਗੇ, ਫਿਰ ਅਸੀਂ ਇੱਦਾਂ ਚਿੱਕੜ ਨਹੀਂ ਪਾਵਾਂਗੇ ਆਪਦੇ ਉੱਤੇ, ਫਿਰ ਅਸੀਂ ਲਿਬੜਾਂਗੇ ਨਹੀਂ।
तो इस वास्ते फिर ਆਪਾਂ ਨੂੰ ਸਮਝਾਉਂਦੇ ਵੀ ਇਹ ਸਾਨੂੰ ਗਿਆਨ ਹੋਣਾ ਜ਼ਰੂਰੀ ਵੀ ਅਸੀਂ ਸਿਮਰਨ ਕਰਦੇ ਹਾਂ ਕਾਹਦੇ ਵਾਸਤੇ ਕਰਦੇ ਹਾਂ, ਜਾਂ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ ਕਾਹਦੇ ਵਾਸਤੇ ਪੜ੍ਹਦੇ ਹਾਂ, ਜਾਂ ਅਸੀਂ ਗੁਰੂ ਘਰ ਆਉਂਦੇ ਹਾਂ ਸੇਵਾ ਕਰਦੇ ਹਾਂ ਕਾਹਦੇ ਵਾਸਤੇ ਸੇਵਾ ਕਰਦੇ। ਇਹ ਨਾ ਹੋਵੇ ਵੀ ਅਸੀਂ ਆਪਦੇ ਜਾਣੇ ਤਾਂ ਸੇਵਾ ਕਰੀਏ ਅਤੇ ਉੱਥੋਂ ਹੋਰ ਮੈਲ ਚੜ੍ਹਾ ਕੇ ਆ ਜਾਈਏ ਦੂਣੀ, ਨਿੰਦਿਆ ਕਰਕੇ, ਵੈਰ ਵਿਰੋਧ ਕਰਕੇ, ਜਾਂ ਨਿੰਦਿਆ ਸੁਣ ਕੇ। ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਇਹ ਮੈਲ ਸਾਡੇ ਮਨ ਦੀ ਫੇਰ ਉਤਰਦੀ ਜਦੋਂ ਅਸੀਂ ਸਿਮਰਨ ਕਰਦੇ। ਤਾਈਓਂ ਫਰਮਾਉਂਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਵੀ ਜਦੋਂ ਅਸੀਂ ਸਿਮਰਨ ਕਰਾਂਗੇ ਫਿਰ ਸਾਡੇ ਮਨ ਅਤੇ ਮਨ ਦੇ ਤਨ ਨੇ ਰੋਗ ਰਹਿਤ ਹੋਣਾ, ਨਹੀਂ ਤਾਂ ਇਹ ਰੋਗ ਰਹਿਤ ਹੁੰਦੇ ਨਹੀਂ। ਇਹੋ ਤਾਂ ਸਾਰੇ ਰੋਗ ਨੇ ਮਨ ਨੂੰ ਲੱਗੇ ਹੋਏ। ਜਿਵੇਂ ਹੁਣ ਅਸੀਂ ਡਾਕਟਰ ਪਾਸ ਜਾਂਦੇ ਹਾਂ ਅਤੇ ਦਵਾਈ ਲੈਣ ਵਾਸਤੇ, ਜੇ ਦਵਾਈ ਵੀ ਲਈਏ ਅਤੇ ਰੋਗ ਠੀਕ ਹੀ ਨਾ ਹੋਣ ਸਾਡੇ, ਅਤੇ ਫਿਰ ਸਾਨੂੰ ਡਾਕਟਰ ਪਾਸ ਜਾਣ ਦਾ ਫਾਇਦਾ ਕੀ ਹੋਇਆ, ਦਵਾਈਆਂ ਖਾਣ ਦਾ ਕੀ ਫਾਇਦਾ ਹੋਇਆ ਜੇ ਸਾਡਾ ਰੋਗ ਹੀ ਨਾ ਗਿਆ। ਹੁਣ ਇਸੇ ਤਰ੍ਹਾਂ ਹੀ ਆਪਾਂ ਗੁਰੂ ਘਰ ਆਉਂਦੇ ਹਾਂ, ਸੇਵਾ ਕਰਦੇ ਹਾਂ। ਹੁਣ ਇਹ ਸਾਡੇ ਮਨ ਦੇ ਰੋਗ ਨੇ, ਬੈਰ ਵਿਰੋਧ, ਈਰਖਾ, ਨਫ਼ਰਤ, ਨਿੰਦਿਆ, ਚੁਗਲੀ, ਹਉਮੈ, ਹੰਕਾਰ। ਹੁਣ ਇਹ ਰੋਗਾਂ ਨੇ ਜਾਣਾ ਸੀ। ਜੇ ਰੋਗ ਗਈ ਨਾ ਸਾਡੇ ਤਾਂ ਫਿਰ ਸਾਨੂੰ ਫਾਇਦਾ ਕੀ ਹੋਇਆ, ਸਾਨੂੰ ਲਾਭ ਕੀ ਹੋਇਆ? ਫਿਰ ਤਾਂ ਸਾਨੂੰ ਕੋਈ ਲਾਭ ਨਾ ਹੋਇਆ, ਕੋਈ ਸਾਨੂੰ ਲਾਹਾ ਨਾ ਹੋਇਆ। ਸੋ ਇਸ ਵਾਸਤੇ ਫਿਰ ਮਹਾਰਾਜ ਜੀ ਕਹਿੰਦੇ ਵੀ ਜੇ ਅਸੀਂ ਵੈਦ ਪਾਸ ਜਾਈਏ ਅਤੇ ਵੈਦ ਸਾਨੂੰ ਜੋ ਦਾਰੂ ਦੱਸੇ, ਜੇ ਅਸੀਂ ਉਹ ਦਾਰੂ ਲਈਏ ਅਤੇ ਜੋ ਸਾਨੂੰ ਉਹ ਰਹਿਤਾਂ ਦੱਸੇ ਉਹ ਅਸੀਂ ਰਹਿਤਾਂ ਰੱਖੀਏ ਅਤੇ ਫਿਰ ਰੋਗ ਠੀਕ ਹੋਣਾ, ਨਹੀਂ ਤਾਂ ਰੋਗ ਜਾਂਦਾ ਨਹੀਂ। ਜੇ ਹੁਣ ਅਸੀਂ ਉਹ ਰਹਿਤਾਂ ਹੀ ਨਹੀਂ ਰੱਖਾਂਗੇ ਅਤੇ ਫਿਰ ਸਾਡਾ ਕਿਵੇਂ ਰੋਗ ਮਿਟੇਗਾ? ਇਉਂ ਸਾਨੂੰ ਭਾਈ ਗੁਰਦਾਸ ਜੀ ਫਰਮਾਉਂਦੇ, ਕਹਿੰਦੇ ਪੂਛਤ ਹੈ ਵੈਦ ਖਾਤ ਔਖਦ ਨ ਸੰਜਮ ਸੇ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ। ਬਈ ਵੈਦ ਕੋਲ ਜਾਵੇ ਜੀਵ, ਉਹ ਔਖਦ ਜਿਹੜਾ ਦਾਰੂ ਦਵੇ ਅਤੇ ਉਹ ਸੰਜਮ ਨਾ ਰੱਖੇ, ਉਹ ਦਾਰੂ ਸਮੇਂ ਸਿਰ ਲਵੇ ਨਾ ਅਤੇ ਨਾ ਉਹ ਪਰਹੇਜ਼ ਰੱਖੇ, ਅਤੇ ਉਹਦਾ ਰੋਗ ਕਿਵੇਂ ਮਿਟੇ? ਹੁਣ ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਵੀ ਸਾਡੇ ਮਨ ਦੇ ਰੋਗ ਕਿਵੇਂ ਮਿਟਣ ਜੇ ਅਸੀਂ ਪਰਹੇਜ਼ ਹੀ ਨਾ ਰੱਖੀਏ, ਜੇ ਅਸੀਂ ਰਹਿਤਾ ਹੀ ਨਾ ਰੱਖੀਏ। ਸਾਨੂੰ ਕਹਿੰਦੇ ਸਿਮਰਨ ਕਰੋ, ਅਸੀਂ ਸਿਮਰਨ ਕਰੀਏ ਨਾ, ਅਤੇ ਜੇ ਮਾੜਾ ਮੋਟਾ ਕਰੀਏ ਵੀ ਅਤੇ ਕੋਈ ਰਹਿਤਾ ਨਾ ਰੱਖੀ। ਵੀ ਜਿਹੜੇ ਸਾਨੂੰ ਪਰਹੇਜ਼ ਦੱਸਦੇ ਵੀ ਕਿਸੇ ਦੀ ਨਿੰਦਿਆ ਨਾ ਕਰੋ, ਨਾ ਸੁਣੋ, ਅਸੀਂ ਛੱਡੀਏ ਨਾ ਨਿੰਦਿਆ। ਸਾਨੂੰ ਕਹਿਣ ਕਿਸੇ ਨਾਲ ਦੁਵਿਧਾ ਨਾ ਕਰੋ, ਵੈਰ ਵਿਰੋਧ ਨਾ ਕਰੋ, ਅਸੀਂ ਦੁਵਿਧਾ ਛੱਡੀਏ ਹੀ ਨਾ, ਵੈਰ ਵਿਰੋਧ ਛੱਡੀਏ ਹੀ ਨਾ। ਸਾਨੂੰ ਕਹਿਣ ਹਉਮੈ ਨਾ ਕਰੋ, ਅਸੀਂ ਹਉਮੈ ਨਾ ਛੱਡੀਏ। ਸਾਨੂੰ ਕਹਿਣ ਲੋਕ ਲੱਜਾ ਤੋਂ ਉੱਪਰ ਉੱਠੋ, ਅਸੀਂ ਲੋਕ ਲੱਜਾ ਹੀ ਮੰਨੀ ਜਾਈਏ ਵੀ ਲੋਕ ਕੀ ਕਹਿਣਗੇ। ਇਹ ਫਿਰ ਸਾਨੂੰ ਕਹਿੰਦੇ ਵੀ ਰੋਗ ਕਿਵੇਂ ਮਿਟਣ? ਵੀ ਜਿਹੜੇ ਸਾਨੂੰ ਸੰਜਮ ਦੱਸਦੇ ਵੀ ਉਹ ਸੰਜਮ ਤਾਂ ਅਸੀਂ ਵਰਤਦੇ ਹੀ ਨਹੀਂ, ਜਿਹੜੀਆਂ ਸਾਨੂੰ ਰਹਿਤਾਂ ਦੱਸਦੇ ਉਹ ਰਹਿਤਾਂ ਨਹੀਂ ਰੱਖਦੇ, ਅਤੇ ਫਿਰ ਰੋਗ ਕਿਵੇਂ ਠੀਕ ਹੋਵੇ? ਉਹ ਤਾਂ ਫਿਰ ਮਹਾਰਾਜ ਆਪਾਂ ਨੂੰ ਸਮਝਾਉਂਦੇ ਵੀ ਰੋਗ ਸਾਡੇ ਠੀਕ ਹੋਣੇ ਜਦੋਂ ਅਸੀਂ ਗੁਰੂ ਦਾ ਬਚਨ ਮੰਨਾਂਗੇ। ਆਓ ਹੁਣ ਜੋ ਸਾਨੂੰ ਬਚਨ ਕਰਦੇ ਵੀ ਸਿਮਰਨ ਅਭਿਆਸ ਕਰੋ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਇਹ ਹੁਣ ਆਪਾਂ ਬਹਿੰਦੇ ਉੱਠਦੇ ਕੰਮ ਕਾਰ ਕਰਦੇ, ਇਹ ਆਪਾਂ ਸਿਮਰਨ ਅਭਿਆਸ ਕਰਨਾ ਬਈ ਤਾਂ ਕਿ ਸਾਨੂੰ ਦ੍ਰਿੜ ਹੋ ਜੀ। ਜਦੋਂ ਸਾਨੂੰ ਦ੍ਰਿੜ ਹੋ ਜਾਏਗਾ, ਸਹਿਜ ਸੁਭਾਈ ਸਾਡੇ ਅੰਦਰ ਚੱਲਦਾ ਜਾਏਗਾ। ਫਿਰ ਜਦੋਂ ਸਾਨੂੰ ਪਰਪੱਕ ਹੋ ਗਏ, ਸਾਨੂੰ ਵਿਸਰੇਗਾ ਨਹੀਂ, ਸਾਨੂੰ ਭੁੱਲੇਗਾ ਨਹੀਂ। ਇਸ ਲਈ ਹੁਣ ਆਪਾਂ ਇਹ ਵੱਧ ਤੋਂ ਵੱਧ ਸਿਮਰਨ ਅਭਿਆਸ ਕਰਨਾ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੀ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਵਸ ਗਿਆ ਉਹ ਮੁਕਤ ਹੋ ਜਾਣ ਜੀ। ਵੀ ਉਹਦਾ ਮੁਕਤ ਉਹਦਾ ਬਥੇਰੇ ਕਰਦੇ ਨੇ, ਪਰ ਉਹ ਵਿਰਲੇ ਜਿਹੜੇ ਹਿਰਦੇ 'ਚ ਵਸਾ ਲੈਣ ਜੀ। ਰਮਾਉਂਦੇ ਨੇ ਮੁਖੋਂ ਹਰ ਹਰ ਸਭ ਕੋ ਕਰੇ, ਵਿਰਲੇ ਹਿਰਦੇ ਵਸਾਇਆ। ਨਾਨਕ ਜਿਨ ਕੇ ਹਿਰਦੇ ਵਸਿਆ, ਮੋਹ ਮੁਕਤ ਤਿਨ ਪਾਇਆ। ਵੀ ਮੁਕਤ ਉਹਦਾ ਬਹੁਤ ਕਰਦੇ, ਰਾਮ ਰਾਮ ਵਾਹਿਗੁਰੂ ਵਾਹਿਗੁਰੂ ਬਥੇਰੇ ਕਰ 'ਚ। ਜਿਵੇਂ ਮਹਾਰਾਜ ਕਹਿੰਦੇ ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਕਿਉਂਕਿ ਮੁੱਖ ਤੋਂ ਕਰਨਾ ਹੋਰ ਗੱਲ ਆ, ਹਿਰਦੇ 'ਚ ਵਸਾਉਣਾ ਉਹ ਵੱਖਰੀ ਗੱਲ ਆ। ਆਵਾਂ ਨੂੰ ਕਹਿੰਦੇ ਵੀ ਹਿਰਦੇ 'ਚ ਵਸਾਓ। ਜਿਨ੍ਹਾਂ ਦੇ ਹਿਰਦੇ 'ਚ ਵਸ ਗਿਆ ਉਹ ਮੁਕਤ ਹੋ ਜਾਂਦੀ। ਇਸ ਲਈ ਹੁਣ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ, ਤਾਂ ਕਿ ਸਾਡਾ ਮਨ ਹੈ ਜਿਹੜਾ ਇਹ ਪਾਸੇ ਨਾ ਜਾਵੇ। ਅਤੇ ਵੱਧ ਤੋਂ ਵੱਧ ਇਹ ਆਪਾਂ ਸਤਸੰਗਤ ਕਰਨੀ। ਇਹ ਜੋ ਆਪਾਂ ਗਿਆਨ ਦੀ ਸਾਂਝ ਪਾਉਂਦੇ, ਸਾਰਾ ਗੁਰਬਾਣੀ ਗੁਰੂ ਦੁਆਰਾ ਪਾਉਂਦੇ ਤਾਂ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਰੋਜ਼ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਆਪਣੇ ਹਿਰਦੇ 'ਚ ਵਸ ਜੇ, ਵੀ ਸਾਨੂੰ ਭੁੱਲੇ ਨਾ, ਸਾਨੂੰ ਵਿਸਰੇ ਨਾ, ਅਤੇ ਅਸੀਂ ਇਹ ਗਿਆਨ ਨੂੰ ਕਮਾ ਕੇ ਆਪਣੇ ਜੀਵਨ ਦਾ ਜੋ ਲਾਹਾ ਉਹ ਆਪਾਂ ਪ੍ਰਾਪਤ ਕਰ ਸਕੀਏ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦੇ ਹੋਏ ਹਾਂ। ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।